ਤੇ ਜੇ ਉਹ ਲੋਕ ਬੀਜੇਪੀ ਦੀ ਸਰਕਾਰ ਦੇ ਵਿੱਚੋਂ ਆਪਣਾ ਸਾਥ ਛੱਡ ਦਿੰਦੇ, ਜੇ ਉਹ ਸਰਕਾਰ ਤੋਂ ਵੱਖ ਹੋ ਜਾਂਦੇ ਤਾਂ ਇਸ ਅੰਦੋਲਨ ਨੇ ਹਿੰਦੁਸਤਾਨ ਦੇ ਵਿੱਚ ਇੱਕ ਵੱਡੀ ਵਿਕਟ ਸੁੱਟ ਲੈਣੀ ਸੀ। ਹਰਜੀਤ ਗਰੇਵਾਲ ਨੇ ਹੁਣ ਤੱਕ ਕਿਸਾਨੀ ਦੇ ਵਿਰੋਧ ਵਿੱਚ ਜਿੰਨੇ ਬਿਆਨ ਦਿੱਤੇ ਆ ਤੇ ਜਿੰਨਾ ਮੋਦੀ ਸਰਕਾਰ ਦੇ ਉਹਨੀ ਗੁਣਗਾਨ ਕੀਤੇ ਆ, ਉਹਦੇ ਕਰਕੇ ਕਿਸਾਨਾਂ ਵਿੱਚ ਤਾਂ ਆਮ ਲੋਕਾਂ ਵਿੱਚ, ਖਾਸ ਕਰਕੇ ਪੰਜਾਬੀ ਖਿੱਤੇ ਦੇ ਵਿੱਚ ਹਰਜੀਤ ਗਰੇਵਾਲ ਦਾ ਬਹੁਤ ਵੱਡਾ ਵਿਰੋਧ ਆ। ਵੱਡੇ ਬਣਨ ਦੀ ਜਿਹੜੀ ਇੱਛਾ ਆ, ਜਿਹੜੀ ਤਾਕਤਵਰ ਹੋਣ ਦੀ ਜਿਹੜੀ ਪ੍ਰਵਿਰਤੀ ਆ, ਉਹੀ ਬਹੁਤ ਸਾਰੇ ਵੱਡੇ ਲੋਕਾਂ ਨੂੰ ਰਾਜਨੀਤੀ 'ਚ ਲੈ ਕੇ ਆਉਂਦੀ ਹੈ। ਤੇ ਹੁਣ ਇੱਕ ਐਮਐਲਏ ਨੇ ਮੁੱਦਾ ਇਹ ਉਠਾਇਆ, ਲਾਲ ਬੱਤੀ ਜੇ ਅਸੀਂ ਛੱਡ ਦਿੱਤੀ ਆ ਤੇ ਸਾਡੀਆਂ ਗੱਡੀਆਂ ਤੇ ਕੁਝ ਸਪੈਸ਼ਲ ਤਰੀਕੇ ਦੇ ਝੰਡੇ ਲਾਏ ਜਾਣ, ਜਿਹਦੇ ਨਾਲ ਪਤਾ ਲੱਗ ਜਾਏ ਕਿ ਐਮਐਲਏ ਸਾਹਿਬ ਦੀ ਕਾਰ ਹੈ। ਇਹ ਤੋਂ ਇਹ ਲੱਗਦਾ ਆ ਕਿ ਮਮਤਾ ਬੈਨਰਜੀ ਨੇ ਉੱਥੇ ਮੋਦੀ ਸਰਕਾਰ ਨੂੰ ਜਾਂ ਬੀਜੇਪੀ ਨੂੰ ਪੂਰਾ ਉਹਨਾਂ ਹੀ ਪੜ੍ਹਨੇ ਪਾਇਆ ਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਆ। ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਵਿਚਕਾਰ ਸ਼ਬਦੀ ਜੰਗ ਕਿਉਂ ਚੱਲ ਰਹੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਕੀ ਹੈ ਉਹ ਘਪਲਾ? ਔਰ ਪੰਜਾਬ ਦੇ ਐਮਐਲਏ ਲਾਲ ਬੱਤੀ ਦੀ ਜਗ੍ਹਾ ਤੇ ਹੁਣ ਸਪੈਸ਼ਲ ਝੰਡਿਆਂ ਦੀ ਮੰਗ ਕਰ ਰਹੇ ਨੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਬਿਲਗਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਸ਼ਰਮਾ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਕਿ ਹਰਿਆਣਾ ਦੇ ਵਿੱਚ ਕਾਂਗਰਸ ਵੱਲੋਂ ਬੀਜੇਪੀ ਨੂੰ ਡੇਗਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਬਿਲਕੁਲ ਸਵਲੀਨ ਜੀ, ਇਹ ਮੰਗ ਜਿਹੜੀ ਆ ਇਹ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਿਸ ਦਿਨ ਤੋਂ ਕਿਸਾਨੀ ਅੰਦੋਲਨ ਹਰਿਆਣਾ ਹੁੰਦੇ ਹੋਏ ਦਿੱਲੀ ਪਹੁੰਚਿਆ ਸੀ। ਜੀ, ਉਸ ਦਿਨ ਇਹ ਲੱਗਦਾ ਸੀਗਾ ਕਿ ਕਿਉਂਕਿ ਜਿਹੜੀ ਹਰਿਆਣੇ ਦੀ ਚੌਟਾਲਾ ਐਂਡ ਫੈਮਿਲੀ ਦੀਆਂ ਦੋ ਪਾਰਟੀਆਂ ਨੇ, ਕਿ ਜੇ ਉਹਨਾਂ ਦੇ ਜਿਹੜੇ ਐਮਐਲਏ ਆ ਉਹ ਪੰਜਾਬ ਦੇ ਅਕਾਲੀ ਦਲ ਨਾਲ ਕਿਉਂਕਿ ਬਹੁਤ ਨੇੜੇ ਤੋਂ ਜੁੜੇ ਹੋਏ ਸੀ, ਤੇ ਇੰਜ ਲੱਗਦਾ ਸੀਗਾ ਕਿ ਹਰਿਆਣਾ ਵੀ ਪੰਜਾਬ ਵਾਂਗ ਕਿਸਾਨੀ ਸੂਬਾ ਆ, ਤੇ ਜੇ ਉਹ ਲੋਕ ਬੀਜੇਪੀ ਦੀ ਸਰਕਾਰ ਦੇ ਵਿੱਚੋਂ ਆਪਣਾ ਸਾਥ ਛੱਡ ਦਿੰਦੇ, ਜੇ ਉਹ ਸਰਕਾਰ ਤੋਂ ਵੱਖ ਹੋ ਜਾਂਦੇ ਤਾਂ ਇਸ ਅੰਦੋਲਨ ਨੇ ਹਿੰਦੁਸਤਾਨ ਦੇ ਵਿੱਚ ਇੱਕ ਵੱਡੀ ਵਿਕਟ ਸੁੱਟ ਲੈਣੀ ਸੀ। ਕ੍ਰਿਕਟ ਦੇ ਵਿੱਚ ਜਦੋਂ ਮੈਚ ਸ਼ੁਰੂ ਹੁੰਦਾ ਤੇ ਕਹਿੰਦੇ ਆ ਕਿ ਜੇ ਬੋਲਰ ਨੇ ਇੱਕ ਬੈਟਸਮੈਨ ਨੂੰ ਆਊਟ ਕਰ ਲਈ ਤਾਂ ਆਪਾਂ ਕਹਿੰਦੇ ਇੱਕ ਵਿਕਟ ਸੁੱਟ ਲਈ ਤੇ ਮੈਚ ਥੋੜਾ ਸੌਖਾ ਹੋ ਜਾਂਦਾ। ਕਿਸਾਨਾਂ ਦਾ ਜਿਹੜਾ ਮੈਚ ਸੀ ਉਹ ਸੌਖਾ ਹੋ ਜਾਣਾ ਸੀ ਜੇ ਇੱਕ ਵਿਕਟ ਡਿੱਗ ਜਾਂਦੀ। ਪਰ ਬੀਜੇਪੀ ਹਾਈ ਕਮਾਂਡ ਇਸ ਮਾਮਲੇ ਦੇ ਵਿੱਚ ਬਹੁਤ ਸਤਰਕ ਸੀ ਤੇ ਉਹਨਾਂ ਨੇ ਦੁਸ਼ਯੰਤ ਚੌਟਾਲੇ ਨੂੰ ਸੱਦ ਲਿਆ ਸੀ। ਪਹਿਲਾਂ ਹੀ ਇੱਕ ਵਾਰ ਉਹਦੀ ਮੁਲਾਕਾਤ ਮੋਦੀ ਸਾਹਿਬ ਨਾਲ ਹੋ ਗਈ ਸੀ, ਇੱਕ ਵਾਰ ਅਮਿਤ ਸ਼ਾਹ ਨਾਲ ਹੋ ਗਈ ਸੀ, ਤੇ ਬਾਕੀ ਲੋਕਾਂ ਨੂੰ ਵੀ ਗਾਹੇ ਬਗਾਹੇ ਜਿਹੜਾ ਥਾਪੜਾ ਸੀ ਉਹ ਦਿੱਤਾ ਗਿਆ ਸੀਗਾ ਕਿ ਤੁਸੀਂ ਨਾ ਵੱਖ ਹੋਵੋ, ਨਾ ਭੱਜੋ ਕਿਤੇ ਵੀ, ਇਹ ਜਿਹੜਾ ਅੰਦੋਲਨ ਹੈ ਇਹਨੂੰ ਆਪਾਂ ਦੇਖ ਲਵਾਂਗੇ। ਪਰ ਉਹਦੇ ਤੋਂ ਬਾਅਦ ਵੀ ਜਿਹੜਾ ਸਮਾਂ ਸੀ ਉਹ ਬੀਤਦਾ ਗਿਆ। 6-7 ਮਹੀਨੇ ਬਾਅਦ ਬਜਟ ਸੈਸ਼ਨ ਦੇ ਦੌਰਾਨ ਕਾਂਗਰਸ ਨੇ ਜਿਹੜਾ ਬੇਭਰੋਸਗੀ ਮਤਾ ਲਿਆਂਦਾ। ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇੰਨੇ ਲੰਬੇ ਅੰਦੋਲਨ ਤੋਂ ਬਾਅਦ, ਅੰਦੋਲਨ ਦੇ ਇੰਨਾ ਭਖਣ ਤੋਂ ਬਾਅਦ, ਕਿਸਾਨਾਂ ਦੇ ਪ੍ਰਚੰਡ ਵਿਰੋਧ ਤੋਂ ਬਾਅਦ, ਸ਼ਾਇਦ ਉਹ ਜਿਹੜੇ ਐਮਐਲਏਜ਼ ਨੇ ਜੇਜੇਪੀ ਦੇ ਜਾਂ ਬਾਕੀ ਕੁਝ ਆਜ਼ਾਦ ਨੇ, ਤੇ ਉਹ ਜਿਹੜੇ ਆ ਉਸ ਸਰਕਾਰ ਦੇ ਵਿਰੋਧ 'ਚ ਆ ਜਾਣਗੇ ਤੇ ਸਰਕਾਰ ਜਿਹੜੀ ਆ ਡਿੱਗ ਜਾਵੇਗੀ। ਜੇ ਆਪਾਂ ਇਸ ਤੋਂ ਪਿੱਛੇ ਆਈਏ, ਹਰਿਆਣੇ ਦੀ ਵਿਧਾਨ ਸਭਾ ਦੀ ਗੱਲ ਕਰੀਏ ਤੇ 90 ਮੈਂਬਰੀ ਵਿਧਾਨ ਸਭਾ ਆ। 2 ਮੈਂਬਰ ਇਹਦੇ ਚੋਂ ਬਾਹਰ ਨੇ। ਅਭੈ ਚੌਟਾਲਾ ਜੀ ਨੇ ਅਸਤੀਫਾ ਦਿੱਤਾ ਹੋਇਆ ਤੇ ਕਾਂਗਰਸ ਦੇ ਇੱਕ ਪ੍ਰਦੀਪ ਚੌਧਰੀ ਨੇ, ਉਹਨਾਂ ਨੂੰ ਹਿਮਾਚਲ ਦੇ ਵਿੱਚ ਦੰਗੇ ਭੜਕਾਉਣ ਦੇ ਇੱਕ 10 ਸਾਲ ਪੁਰਾਣੇ ਮਾਮਲੇ ਵਿੱਚ ਸਜ਼ਾ ਹੋ ਚੁੱਕੀ ਆ। ਇਸ ਕਰਕੇ ਜਿਹੜੀ ਉਹਨਾਂ ਦੀ ਮੈਂਬਰੀ ਆ ਉਹ ਖਾਰਜ ਹੋਈ ਆ। ਇਸ ਕਰਕੇ ਜਿਹੜੀ ਮੌਜੂਦਾ ਸਥਿਤੀ ਆ ਵਿਧਾਨ ਸਭਾ ਦੀ ਉਹ 88 ਮੈਂਬਰਾਂ ਦੀ ਆ। ਤੇ ਵੱਡੀ ਪਾਰਟੀ ਹੋਣ ਦੇ ਨਾਤੇ ਬੀਜੇਪੀ ਕੋਲ ਉੱਥੇ 40 ਮੈਂਬਰ ਨੇ, ਕਾਂਗਰਸ ਕੋਲ 30 ਸੀ, ਤੇ ਜੇਜੇਪੀ ਦੇ 10 ਵਿਧਾਇਕ ਨੇ ਤੇ 10 ਹੀ ਉੱਥੇ ਆਜ਼ਾਦ ਨੇ। ਉਹਨਾਂ ਚੋਂ 5 ਪਹਿਲਾਂ ਹੀ ਬੀਜੇਪੀ ਦੇ ਨਾਲ ਸੀ। ਉਹਨਾਂ ਕੋਲ 55 ਮੈਂਬਰ ਸੀਗੇ ਆਪਣੇ, 40 ਆਪਣੇ, 10 ਜੇਜੇਪੀ ਦੇ ਤੇ 5 ਆਜ਼ਾਦ। ਤੇ ਹੁਣ ਵੀ ਉਹ ਜਿਹੜੇ 55 ਦੇ 55 ਉਹਨਾਂ ਦੇ ਹੱਕ 'ਚ ਰਹੇ ਆ। ਤੇ ਕਾਂਗਰਸ ਦੇ 30 ਸੀ ਤੇ 2 ਉਹਨਾਂ ਦੇ ਨਾਲ ਜੁੜੇ ਆ, ਸਿਰਫ 32 ਮੈਂਬਰ ਹੋਇਆ। ਸਪੀਕਰ ਨੇ ਆਪਣੀ ਵੋਟ ਨਹੀਂ ਪਾਈ ਤੇ ਇਸ ਕਰਕੇ ਜਿਹੜੀ ਸਥਿਤੀ ਸੀ ਉਹ 55 ਤੇ 32 ਦੀ ਰਹੀ ਆ। ਕਾਂਗਰਸ ਜਿਹੜੀ ਬੇਭਰੋਸਗੀ ਦਾ ਮਤਾ ਲੈ ਕੇ ਆਈ ਸੀ ਉਹਦੇ 'ਚ ਸਫਲ ਨਹੀਂ ਹੋ ਪਾਈ। ਇੱਥੇ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਆ ਕਿ ਚੜੂਨੀ ਸਾਹਿਬ ਨੇ ਕੱਲ੍ਹ ਇਹ ਬਿਆਨ ਦਿੱਤਾ ਸੀਗਾ ਕਿ ਜਿਹੜੇ ਲੀਡਰ, ਜਿਹੜੇ ਵੀ ਐਮਐਲਏ ਕਿਸਾਨੀ ਅੰਦੋਲਨ ਦਾ ਸਾਥ ਨਹੀਂ ਦੇਣਗੇ ਵਿਧਾਨ ਸਭਾ ਵਿੱਚ, ਉਹਨਾਂ ਲਈ ਅਗਲੀ ਵਾਰ ਤੋਂ ਚੰਡੀਗੜ੍ਹ ਜਾਣਾ ਔਖਾ ਹੋ ਜਾਊਗਾ। ਚੰਡੀਗੜ੍ਹ ਜਾਣ ਤੋਂ ਉਹਨਾਂ ਦਾ ਮਤਲਬ ਇਹ ਸੀਗਾ ਕਿ ਵਿਧਾਨ ਸਭਾ ਜਿਹੜੀ ਉਹ ਚੰਡੀਗੜ੍ਹ ਬੈਠਦੀ ਆ ਤੇ ਫਿਰ ਉਹ ਬੰਦੇ ਐਮਐਲਏ ਦੀ ਸੀਟ ਅਗਲੀ ਵਾਰ ਜਿੱਤ ਨਹੀਂ ਸਕਣਗੇ ਕਿਉਂਕਿ ਕਿਸਾਨਾਂ ਦਾ ਵਿਰੋਧ ਆ। ਤੇ ਜਿਹੜਾ ਹਰਿਆਣੇ ਦੀ ਸਰਕਾਰ ਆ ਜਾਂ ਵਿਧਾਨ ਸਭਾ ਦੇ ਜਿੰਨੇ ਵੀ ਹਲਕੇ ਆ ਉਹ ਸਾਰੇ ਦੇ ਸਾਰੇ ਕਿਸਾਨੀ ਬਹੁਲਤਾ ਵਾਲੇ ਆ। ਤੇ ਜਾਟ ਜਿੰਨੇ ਵੀ ਉੱਥੇ, ਜਿਹੜੀ ਬੀਜੇਪੀ ਦੀ ਪਾਲਿਸੀ ਆ, ਜਦੋਂ ਅਸੀਂ ਸਾਰੇ ਹਿੰਦੁਸਤਾਨ 'ਚ ਹੀ ਦੇਖ ਲਈਏ ਤੇ ਉਹ ਜਾਤੀਗਤ ਪੱਤਾ ਖੇਡ ਕੇ ਸੌਖੇ ਹੋ ਜਾਂਦੇ ਆ। ਇੱਥੇ ਵੀ ਉਹਨਾਂ ਨੇ ਜਾਟ ਵਰਸਸ
ਅਦਰਸ ਨਾਲ ਗੇਮ ਖੇਡੀ ਹੋਈ ਆ। ਜਦ ਕਿ ਜਾਟ ਇੱਥੇ ਬਹੁਲਤਾ 'ਚ ਨੇ, ਪਰ ਉਹਨਾਂ ਨੇ ਬਾਕੀ ਸਾਰਿਆਂ ਨੂੰ ਇੱਕ ਪਾਸੇ ਲੈ ਕੇ ਜਿਹੜੀ ਸਰਕਾਰ ਸੀ ਉਹ ਬਣਾਈ ਸੀ, ਤੇ ਖੱਟੜ ਵੀ ਨੌਨ ਜਾਟ ਨੇ। ਇੱਥੇ ਬਹੁਤ ਲੰਬੇ ਸਮੇਂ ਤੱਕ ਜਾਟ ਹੀ ਜਿਹੜੇ ਆ ਰੂਲ ਕਰਦੇ ਰਹੇ ਆ, ਪਰ ਇਸ ਵਾਰ ਉਹ ਬੀਜੇਪੀ ਨੇ ਜਿਹੜੀ ਪਾਲਿਸੀ ਬਣਾਈ ਸੀ ਉਹਦੇ 'ਚ ਉਹ ਸਫਲ ਰਹੇ ਸੀਗੇ ਕਿ ਨੌਨ ਜਾਟ ਜਿਹੜੇ ਸੀ ਉਹਨਾਂ ਨੂੰ ਇੱਕ ਪਾਸੇ ਕਰਕੇ ਉਹਨਾਂ ਸਾਰਿਆਂ ਨੂੰ ਲੈ ਕੇ ਤੇ ਸਰਕਾਰ ਬਣਾ ਲਈ ਸੀ। ਤੇ ਕਿਸਾਨ ਅੰਦੋਲਨ ਦੇ ਚੱਲਦਿਆਂ ਜਿਹੜੇ ਸਾਰੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਵੀ ਬੀਜੇਪੀ ਦਾ ਇਸ ਸਰਕਾਰ ਨੂੰ ਕਾਇਮ ਰੱਖਣਾ ਸਾਨੂੰ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਕੀ ਇਹ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ, ਕੀ ਇਹ ਸਾਡੀਆਂ ਭਾਵਨਾਵਾਂ ਤੇ ਖਰੇ ਉਤਰਦੇ ਆ ਕਿ ਨਹੀਂ ਉਤਰਦੇ। ਜੀ ਬਿਲਕੁਲ ਜੀ, ਜਿਹੜੀ ਕਾਂਗਰਸ ਨੇ ਬੀਜੇਪੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਹਰਿਆਣਾ 'ਚ, ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ? ਸਵਲੀਨ ਜੀ, ਇਹ ਜਿਹੜੀ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਇਹਦੇ ਵਿੱਚ ਆਪਾਂ ਨੂੰ ਪਿਛੋਕੜ 'ਚ ਦੇਖਣਾ ਪਊਗਾ। ਜਦੋਂ ਆਪਾਂ ਅੱਜ ਤੋਂ 3.5 ਮਹੀਨੇ ਪਹਿਲਾਂ ਦਾ ਇੱਕ ਤਸਵੀਰ ਦੇਖਦੇ, ਜਦੋਂ ਕਿਸਾਨ ਪੰਜਾਬ ਤੋਂ ਚੱਲ ਕੇ ਹਰਿਆਣੇ 'ਚ ਦਾਖਲ ਹੁੰਦੇ ਆ, ਉੱਥੇ ਹਰਿਆਣਾ ਪੁਲਿਸ ਵੱਲੋਂ ਜਿਸ ਤਰ੍ਹਾਂ ਵਿਰੋਧ ਹੁੰਦਾ ਆ, ਵੱਖ-ਵੱਖ ਬਾਰਡਰਾਂ ਉੱਤੇ ਟੋਏ ਪੱਟੇ ਗਏ, ਵਾਟਰ ਕੈਨਨ ਦੇ ਨਾਲ ਕਿਸਾਨਾਂ ਦੇ ਉੱਤੇ ਵਿਸ਼ਾਰਾਂ ਲਾਈਆਂ ਗਈਆਂ, ਪਰ ਫਿਰ ਵੀ ਕਿਸਾਨ ਕਿਸੇ ਨਾ ਕਿਸੇ ਤਰ੍ਹਾਂ ਹਰਿਆਣੇ ਵਾਲੇ ਕਿਸਾਨ ਭਾਈਆਂ ਦੀ ਮਦਦ ਦੇ ਨਾਲ ਜਦੋਂ ਜਾ ਕੇ ਦਿੱਲੀ ਦੇ ਐਨ ਕੁੰਡਲੀ ਬਾਰਡਰ ਤੇ, ਸਿੰਘੂ ਬਾਰਡਰ ਤੇ ਬੈਠ ਗਏ, ਟਿਕਰੀ ਬਾਰਡਰ ਤੇ ਬੈਠ ਗਏ, ਉਸ ਤੋਂ ਬਾਅਦ ਹੀ ਇੱਕ ਇਸ ਤਰ੍ਹਾਂ ਦੀ ਪੋਲੀਟੀਕਲ ਪਾਰਟੀਆਂ ਵੱਲੋਂ ਦੇਖਣੀ ਬੇਬ ਸ਼ੁਰੂ ਹੋ ਗਈ ਸੀ ਬਈ ਕਿਸੇ ਨਾ ਕਿਸੇ ਤਰ੍ਹਾਂ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਕੌਣ ਸ਼ੋਅ ਹੋ ਰਿਹਾ ਖੜਾ, ਤੇ ਕਿਸਾਨਾਂ ਦੇ ਵਿਰੋਧ ਵਿੱਚ ਕਿਹਨੂੰ ਭੰਡਿਆ ਜਾਵੇ। ਉਹਦੇ ਵਿੱਚ ਖਾਸ ਕਰਕੇ ਬੀਜੇਪੀ ਤੇ ਜਿਹੜੇ ਉਹਦੇ ਸਹਿਯੋਗੀ ਦਲ ਸੀਗੇ ਜਿਹੜੀ ਹਰਿਆਣਾ ਵਿੱਚ ਸਰਕਾਰ ਚਲਾ ਰਹੇ ਆ। ਕਾਂਗਰਸ ਨੂੰ ਪਿਛਲੇ 3.5 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਲੱਗ ਰਿਹਾ ਸੀਗਾ ਬਈ ਇਸ ਵੇਲੇ ਪੂਰਾ ਬੀਜੇਪੀ ਦਾ ਹਰਿਆਣੇ ਦੇ ਵਿੱਚ ਵਿਰੋਧ ਹੋ ਰਿਹਾ, ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ, ਰਾਜਸਥਾਨ 'ਚ ਵਿਰੋਧ ਹੋ ਰਿਹਾ, ਪਰ ਕਿਸੇ ਨਾ ਕਿਸੇ ਤਰ੍ਹਾਂ ਬਈ ਇਹ ਜਿਹੜਾ ਵਿਰੋਧ ਆ ਇਹਨੂੰ ਅਸੀਂ ਵਿਧਾਨ ਸਭਾ ਦੀਆਂ ਜਿਹੜੀਆਂ ਸਾਡੀਆਂ ਸੈਸ਼ਨ ਆਉਣਾ ਆ ਉਹਦੇ ਵਿੱਚ ਇਸ ਤਰ੍ਹਾਂ ਨਾਪ ਤੋਲ ਕੇ ਦੇਖੀਏ, ਕਿਉਂਕਿ ਜੇਜੇਪੀ ਦੇ ਕੁਝ ਵਿਧਾਇਕ ਜਿਹੜੇ ਸੀ ਉਹ ਬੜੀ ਦੇਰ ਤੋਂ ਕਿਸਾਨਾਂ ਦੇ ਹੱਕ ਵਿੱਚ ਬੋਲ ਰਹੇ ਸੀਗੇ, ਤੇ ਕਿਤੇ ਨਾ ਕਿਤੇ ਉਹ ਦੁਸ਼ਯੰਤ ਚੌਟਾਲਾ ਨੂੰ ਵੀ ਕਹਿ ਰਹੇ ਸੀ ਵੀ ਸਾਨੂੰ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ। ਜੇਜੇਪੀ ਦੇ ਇਹਨਾਂ ਵਿਧਾਇਕਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਸੀਗੀਆਂ ਉਹਦੇ ਤੋਂ ਕਿਸੇ ਨਾ ਕਿਸੇ ਤਰ੍ਹਾਂ ਕਾਂਗਰਸ ਇਹ ਅੰਦਾਜ਼ਾ ਲਾ ਰਹੀ ਸੀ ਵੀ ਜਦੋਂ ਅਸੀਂ ਇਹਨੂੰ ਕਿਸਾਨੀ ਮੁੱਦੇ ਦੇ ਨਾਲ ਜੋੜ ਕੇ ਅਸੀਂ ਵਿਧਾਨ ਸਭਾ ਦੇ ਵਿੱਚ ਇਦਾਂ ਦਾ ਇੱਕ ਮਤਾ ਪੇਸ਼ ਕਰਾਂਗੇ ਵੀ ਕੌਣ ਕਿਸਾਨਾਂ ਦੇ ਨਾਲ ਖੜਾ ਆ ਤੇ ਕੌਣ ਸਰਕਾਰ ਦੇ ਨਾਲ ਖੜਾ ਜਾਂ ਕਿਸਾਨਾਂ ਦੇ ਵਿਰੋਧ 'ਚ ਖੜਾ ਆ। ਉਹਨਾਂ ਨੂੰ ਆਸ ਸੀ ਕਿ ਜੇਜੇਪੀ ਦੇ ਜਿਹੜੇ ਵਿਧਾਇਕ ਆ ਉਹ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੋਟ ਦੇ ਜਾਣਗੇ ਤੇ ਸਰਕਾਰ ਜਿਹੜੀ ਉਹ ਡਿੱਗ ਸਕਦੀ ਹੈ ਜਾਂ ਸਰਕਾਰ ਦੀ ਬਦਨਾਮੀ ਹੋ ਸਕਦੀ ਹੈ, ਪਰ ਉੱਥੇ ਹੋਇਆ ਇਸ ਤੋਂ ਉਲਟ। ਵਿਪ ਜਾਰੀ ਕਰ ਦਿੱਤੇ ਗਏ ਬੀਜੇਪੀ ਵੱਲੋਂ ਵੀ ਤੇ ਨਾਲ ਹੀ ਦੁਸ਼ਯੰਤ ਚੌਟਾਲਾ ਦੀ ਜੇਜੇਪੀ ਪਾਰਟੀ ਵੱਲੋਂ ਵੀ। ਵਿਧਾਇਕਾਂ ਕੋਲ ਹੁਣ ਕੋਈ ਹੋਰ ਆਪਸ਼ਨ ਨਹੀਂ ਸੀ ਬਚਦੀ, ਜੇ ਤਾਂ ਉਹ ਮਤੇ ਦੇ ਖਿਲਾਫ ਜਾਂਦੇ ਸੀ ਤੇ ਉਹਨਾਂ ਨੂੰ ਮੈਂਬਰੀ ਆਪਣੀ ਜਿਹੜੀ ਆ ਗਵਾਉਣੀ ਪੈਣੀ ਸੀ ਕਾਨੂੰਨ ਦੇ ਮੁਤਾਬਕ। ਪਰ ਫਿਰ ਵਿਧਾਇਕਾਂ ਨੇ ਉਸ ਵੇਲੇ ਆਪਣੀ ਮੈਂਬਰੀ ਜਿਹੜੀ ਆ ਬਚਾਉਣ ਦੀ ਖਾਤਰ ਤੇ ਕਿਸਾਨਾਂ ਦੇ ਜਿਹੜਾ ਹੱਕ ਦੇ ਵਿੱਚ ਉਹ ਵੋਟ ਨਹੀਂ ਗਈ ਜਾਂ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਨਹੀਂ ਗਈ ਤੇ ਉਹ ਫਿਰ ਸਰਕਾਰ ਦੇ ਹੱਕ ਵਿੱਚ ਵੋਟ ਪਾ ਗਏ, ਕਿਉਂਕਿ ਜਦੋਂ ਵਿਧਾਇਕਾਂ ਨੇ ਹੁਣ ਉਹ ਚੀਜ਼ ਨੂੰ ਦੇਖ ਲਿਆ ਕਿ ਇਹ ਜਿਹੜੇ ਸਾਡੇ ਹਜੇ ਤਕਰੀਬਨ 3.5 ਸਾਲ ਦੇ ਨੇੜੇ ਤੇੜੇ ਦਾ ਸਮਾਂ ਵਿਧਾਇਕਾਂ ਕੋਲ ਬਚਦਾ ਆ, ਪਰ ਇਹ ਲੋਕਾਂ ਨੂੰ ਹਰਿਆਣੇ ਦਿਆਂ ਨੂੰ ਵੀ ਵੱਡੀ ਟਿਕਟਿਕੀ ਲੱਗੀ ਹੋਈ ਸੀ, ਵੱਡੀ ਆਸ ਸੀਗੀ ਵੀ ਸ਼ਾਇਦ ਜੇਜੇਪੀ ਦੇ ਵਿਧਾਇਕ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾ ਰਹੇ ਆ ਇਹ ਸਰਕਾਰ ਤੋਂ ਬਾਹਰ ਆਉਣ ਲਈ ਇਸ ਪਲੇਟਫਾਰਮ ਤੋਂ ਯਤਨ ਕਰਨਗੇ, ਪਰ ਉਹ ਹੋ ਨਹੀਂ ਸਕਿਆ। ਪਰ ਇੱਕ ਗੱਲ ਜ਼ਰੂਰ ਆ ਵੀ ਇਸ ਵਿਧਾਨ ਸਭਾ ਸੈਸ਼ਨ ਤਾਂ ਜਿੰਨਾ ਚਿਰ ਵੋਟਿੰਗ ਹੋਈ ਨਹੀਂ, ਲੋਕਾਂ ਦੀ ਇੱਕ ਬਹੁਤ ਵੱਡੀ ਇਸ 'ਤੇ ਨਜ਼ਰ ਲੱਗੀ ਹੋਈ ਸੀ। ਲੋਕ ਟਿਕਟਿਕੀ ਲਾ ਕੇ ਦੇਖ ਰਹੇ ਸੀ ਵੀ ਸ਼ਾਮ ਤੱਕ ਸ਼ਾਇਦ ਇਹ ਜਿਹੜੀ ਵਿਕਟ ਆ ਇਹ ਬੀਜੇਪੀ ਦੀ ਇਹ ਗਿਰ ਸਕਦੀ ਆ, ਪਰ ਉਹ ਆਪਾਂ ਹੁਣ ਕਹਿ ਸਕਦੇ ਪੋਲੀਟੀਕਲ ਨਜ਼ਰੀਏ ਤੋਂ ਦੇਖੀਏ ਤਾਂ ਬੀਜੇਪੀ ਉਹ ਜਿਹੜੀ ਆਪਣੀਆਂ ਵਿਕਟ ਬਚਾਉਣ ਵਿੱਚ, ਆਪਣੀ ਸਰਕਾਰ ਬਚਾਉਣ ਦੇ ਵਿੱਚ ਉਹ ਕਾਮਯਾਬ ਰਹੀ ਆ ਤੇ ਬਹੁਤ ਵੱਡੀ ਮਾੜੀ ਜਿਹੜੀ ਆ ਉਹਨਾਂ ਦੀ ਸਟਰੈਂਥ ਸੀਗੀ 55 ਵਿਧਾਇਕਾਂ ਦੀ, ਉਹਨਾਂ ਦੇ ਹੱਕ ਵਿੱਚ ਭੁਗਤੀ ਆ। ਇੱਕ ਕਹਿ ਸਕਦੇ ਆ ਕਿ ਉਹ ਮੈਚ ਜਿੱਤ ਗਏ ਆ ਜਾਂ ਇੱਕ ਇਮਤਿਹਾਨ ਵਿੱਚ ਤਾਂ ਉਹ ਪਾਸ ਹੋ ਗਏ ਆ, ਪਰ ਗਰਾਊਂਡ 'ਤੇ ਜਦੋਂ ਆਪਾਂ ਕਿਸਾਨਾਂ ਦਾ ਹਰਿਆਣੇ 'ਚ ਵਿਰੋਧ ਦੇਖਦੇ ਆ ਤੇ ਜਿੱਥੇ ਜਿੱਦਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜੋ ਬਿਆਨ ਆ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਧਾਇਕਾਂ ਨੂੰ ਆਪਣੀਆਂ ਸੀਟਾਂ ਬਚਾਉਣ ਲਈ ਜਾਂ ਜਿੱਤਣ ਲਈ ਬਹੁਤ ਵੱਡੀ ਜਦੋਜਹਿਦ ਕਰਨੀ ਪਊਗੀ, ਕਿਉਂਕਿ ਕਿਸਾਨੀ ਦਾ ਬਹੁਤ ਵੱਡਾ ਖੇਤਰ ਜਿਹੜਾ ਆ ਹਰਿਆਣੇ ਦੇ ਵਿੱਚ ਵੋਟ ਦੀ ਰਾਜਨੀਤੀ 'ਤੇ ਆਪਣਾ ਪ੍ਰਭਾਵ ਛੱਡਦਾ ਆ। ਜਦੋਂ ਆਪਾਂ ਗਰਾਊਂਡ 'ਤੇ ਜਾ ਕੇ ਦੇਖਦੇ ਹਾਂ ਤੇ ਇਹ ਅੱਜ ਤਾਂ ਕਾਨੂੰਨੀ ਤੌਰ 'ਤੇ ਆਪਣੀਆਂ ਜਿਹੜੀਆਂ ਆ ਵਿਧਾਇਕੀ ਦੀਆਂ ਸੀਟਾਂ ਬਚਾ ਗਏ ਆ, ਪਰ ਆਉਣ ਵਾਲੇ ਸਮੇਂ 'ਚ ਜਿੱਤ ਕੇ ਦੁਬਾਰਾ ਚੰਡੀਗੜ੍ਹ ਕਿੱਦਾਂ ਜਾਣਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਊਗਾ। ਜੀ ਬਿਲਕੁਲ ਸਾਹਿਬ, ਬਿਲਕੁਲ ਸਹੀ ਕਿਹਾ ਤੁਸੀਂ ਕਿ ਵਿਰੋਧ ਇਹਨਾਂ ਦਾ ਵੱਡੀ ਪੱਧਰ ਤੇ ਹੋ ਰਿਹਾ ਆ। ਆਗੂਆਂ ਦੀਆਂ ਗੱਡੀਆਂ ਘੇਰ ਕੇ ਕਿਸਾਨ ਕਹਿ ਰਹੇ ਨੇ ਕਿ ਪੰਜਾਬ ਹਰਿਆਣਾ ਭਾਈ ਆ, ਪਰ ਮੋਦੀ ਖੱਟੜ ਜਿਹੜੇ ਨੇ ਉਹ ਕਿਸਾਨਾਂ ਦੇ ਦੁਸ਼ਮਣ ਨੇ। ਬਿਲਕੁਲ ਸਾਹਿਬ, ਪੰਜਾਬ ਦੀ ਰਾਜਨੀਤੀ ਵੱਲ ਰੁਖ ਕਰਦੇ ਆ, ਕਾਫੀ ਤੱਤੀ ਹੈ ਇਹਨਾਂ ਦਿਨਾਂ 'ਚ ਪੰਜਾਬ ਦੀ ਰਾਜਨੀਤੀ। ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰਧਾਨ ਆ ਬੀਬੀ ਜਗੀਰ ਕੌਰ,
ਉਹਨਾਂ ਦੀ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਨਾਲ ਸ਼ਬਦੀ ਜੰਗ ਚੱਲ ਰਹੀ ਹੈ। ਕੀ ਹੈ ਪੂਰਾ ਮਾਮਲਾ? ਸਵਲੀਨ ਜੀ, ਪਹਿਲਾਂ ਤੇ ਇਹ ਜਿਹੜੇ ਦੋਨੇ ਲੀਡਰਾਂ ਦਾ ਤੁਸੀਂ ਨਾਂ ਲਿਆ ਆ ਤੇ ਇਹ ਹਮੇਸ਼ਾ ਹੀ ਪੰਜਾਬ ਦੀ ਰਾਜਨੀਤੀ ਵਿੱਚ ਪਿਛਲੇ 25-30 ਸਾਲ ਤੋਂ ਇਹਨਾਂ ਦੇ ਸ਼ਖਸੀਅਤਾਂ ਜਾਂ ਇਹਨਾਂ ਦੇ ਕਿਰਦਾਰ ਜਿਹੜੇ ਆ ਉਹ ਵਿਵਾਦਤ ਮੁੱਦਿਆਂ ਦੇ ਨਾਲ ਕਾਫੀ ਜੁੜੇ ਰਹੇ ਆ। ਪਹਿਲਾਂ ਆਪਾਂ ਗੱਲ ਕਰ ਲਈਏ ਹਰਜੀਤ ਗਰੇਵਾਲ ਜੀ ਦੀ। ਹਰਜੀਤ ਗਰੇਵਾਲ ਜੀ ਜਿਸ ਦਿਨ ਤੋਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ ਆ ਉਸ ਦਿਨ ਤੋਂ ਹੀ ਸ਼ਾਇਦ ਪੰਜਾਬ ਦੇ ਬਾਕੀ ਜਿਹੜੇ ਭਾਜਪਾ ਦੇ ਲੀਡਰ ਆ ਉਹਨਾਂ ਦੇ ਮੁਕਾਬਲੇ ਦੇਖਿਆ ਜਾਵੇ ਤੇ 1 ਨੰਬਰ ਤੇ ਇਹ ਹਰਜੀਤ ਗਰੇਵਾਲ ਜੀ, 2 ਨੰਬਰ ਤੇ ਸਰਜੀਤ ਕੁਮਾਰ ਜਿਆਣੀ ਜੀ। ਇਹ ਦੋਨੇ ਹੀ ਬੰਦੇ ਕਿਸਾਨੀ ਅੰਦੋਲਨ ਦੇ ਵਿੱਚ ਜਿੰਨਾ ਕਿਸਾਨਾਂ ਦਾ ਵਿਰੋਧ ਜਾਂ ਜਿੰਨਾ ਕਿਸਾਨਾਂ ਦਾ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਤੇ ਇਹਨਾਂ ਦੇ ਖਿਲਾਫ ਸ਼ਬਦਾਵਲੀ ਵਰਤੀ ਗਈ ਆ, ਸ਼ਾਇਦ ਹੀ ਬੀਜੇਪੀ ਦੇ ਕਿਸੇ ਹੋਰ ਲੀਡਰ ਦੇ ਪੱਖ ਦੇ ਵਿੱਚ ਕਿਤੇ ਜਾਂ ਹੱਥ ਲੱਗੀ ਹੋਵੇ। ਕਿਉਂਕਿ ਹਰਜੀਤ ਗਰੇਵਾਲ ਨੇ ਹੁਣ ਤੱਕ ਕਿਸਾਨੀ ਦੇ ਵਿਰੋਧ ਵਿੱਚ ਜਿੰਨੇ ਬਿਆਨ ਦਿੱਤੇ ਆ ਤੇ ਜਿੰਨਾ ਮੋਦੀ ਸਰਕਾਰ ਦੇ ਉਹਨੀ ਗੁਣਗਾਨ ਕੀਤੇ ਆ, ਉਹਦੇ ਕਰਕੇ ਕਿਸਾਨਾਂ ਵਿੱਚ ਤਾਂ ਆਮ ਲੋਕਾਂ ਵਿੱਚ, ਖਾਸ ਕਰਕੇ ਪੰਜਾਬੀ ਖਿੱਤੇ ਦੇ ਵਿੱਚ ਹਰਜੀਤ ਗਰੇਵਾਲ ਦਾ ਬਹੁਤ ਵੱਡਾ ਵਿਰੋਧ ਆ। ਕਿਉਂਕਿ ਇੱਕ ਤਾਂ ਉਹ ਕਿਸਾਨੀ ਪਰਿਵਾਰ ਨਾਲ ਜੁੜਿਆ ਸੀ, ਦੂਸਰਾ ਉਹ ਸਿੱਖ ਚਿਹਰਾ ਸੀਗਾ, ਪਗੜੀ ਧਾਰੀ ਸੀਗਾ। ਲੋਕਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਹਰਜੀਤ ਗਰੇਵਾਲ ਜਿਹੜੇ ਆ ਉਹ ਕਿਸਾਨਾਂ ਦੇ ਹੱਕ 'ਚ ਖੜਨਗੇ, ਪਰ ਨਹੀਂ ਖੜੇ ਹੋਏ। ਹੁਣ ਆਪਾਂ ਗੱਲ ਕਰੀਏ ਵੀ ਜਿਹੜੇ ਬੀਬੀ ਜਗੀਰ ਕੌਰ ਦੇ ਤੇ ਉਹਨਾਂ ਦੇ ਬਿਆਨਾਂ ਦੀ ਕਿੱਦਾਂ ਚੱਲ ਰਹੀ ਹੈ ਜੰਗ, ਉਹ 'ਚ ਇਹੀ ਹੋਇਆ ਕਿ ਹਰਜੀਤ ਗਰੇਵਾਲ ਨੇ ਕਿਸਾਨਾਂ ਦੇ ਅੰਦੋਲਨ ਨੂੰ ਦੁਬਾਰਾ ਢਾਹ ਲਾਉਣ ਲਈ ਜਾਂ ਕਿਸਾਨਾਂ ਦੇ ਅੰਦੋਲਨ ਦੇ ਵਿਰੋਧ ਵਿੱਚ ਜਾਣ ਲਈ ਬਿਆਨ ਦਿੱਤਾ ਸੀ ਕਿ ਬੀਬੀ ਜਗੀਰ ਕੌਰ ਨੂੰ ਇੱਕ ਚਿੱਠੀ ਲਿਖੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਉਹ ਇੱਕ ਧਾਰਮਿਕ ਸੰਸਥਾ ਆ, ਉਹਦੇ ਲਈ ਕਰਨ ਵਾਲੇ ਹੋਰ ਵਿਕਾਸ ਦੇ ਕੰਮ, ਸਿੱਖੀ ਦੇ ਕੰਮ ਬਹੁਤ ਨੇ। ਗੁਰੂ ਦੇ ਗੁਰਦੁਆਰਿਆਂ ਵਿੱਚ ਜਾਂ ਕਾਲਜਾਂ ਵਿੱਚ ਪੜ੍ਹਾਈ ਕਰਾਉਣੀ, IAS ਅਫਸਰਾਂ ਦੀ, PCS ਅਫਸਰਾਂ ਦੇ ਬੱਚਿਆਂ ਦੀ ਤਿਆਰੀ ਕਰਾਉਣ ਵਰਗੇ ਬੜੇ ਵੱਡੇ ਕੰਮ ਆ। ਪਰ ਬਈ ਇਹ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ SGPC ਵੱਲੋਂ ਕੁਝ ਸ਼ੈੱਡਾਂ ਬਣਾ ਕੇ ਦੇਣ ਦਾ ਜਾਂ ਹੋਰ ਮਦਦ ਕਰਨ ਦਾ ਕੰਮ ਕਰਨ ਦਾ ਐਲਾਨ ਕੀਤਾ ਗਿਆ, ਇਹ ਗਲਤ ਆ। ਤੇ ਉਹ ਤੇ ਜਿਹੜਾ ਰਿਐਕਟ ਕੀਤਾ ਬੀਬੀ ਜਗੀਰ ਕੌਰ ਨੇ, ਤੇ ਉਹ ਇਸੇ ਕਰਕੇ ਕੀਤਾ ਰਿਐਕਟ ਬਈ ਹਰਜੀਤ ਗਰੇਵਾਲ ਜਿਹੜੇ ਆ ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ ਸਾਡੀ ਸ਼੍ਰੋਮਣੀ ਕਮੇਟੀ ਵਿੱਚ ਦਖਲਅੰਦਾਜ਼ੀ ਕਰਨ ਦਾ, ਉਹਨਾਂ ਨੂੰ ਸਿੱਖ ਸਿਧਾਂਤਾਂ ਬਾਰੇ ਕੋਈ ਗਿਆਨ ਨਹੀਂ ਹੈਗਾ। ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਲੰਗਰ ਪ੍ਰਥਾ ਦਾ ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਇੱਕ ਯੋਗਦਾਨ ਰਿਹਾ ਆ, ਇਹ ਹਰਜੀਤ ਗਰੇਵਾਲ ਨੂੰ ਪਹਿਲਾਂ ਸਿੱਖ ਇਤਿਹਾਸ ਪੜ੍ਹ ਲੈਣਾ ਚਾਹੀਦਾ ਤੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅਗਲਾ ਸਵਾਲ ਸ਼ਰਮਾ ਜੀ ਤੁਹਾਨੂੰ ਪੁੱਛਦੇ ਹਾਂ। ਉੱਤਰਾਖੰਡ ਦੇ ਵਿੱਚ ਬੀਜੇਪੀ ਨੇ ਆਪਣਾ ਹੀ ਮੁੱਖ ਮੰਤਰੀ ਬਦਲਤਾ, ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਮਲੇ ਨੂੰ? ਜੀ, ਜਦੋਂ ਅਸੀਂ ਸਵਲੀਨ ਜੀ ਉੱਤਰਾਖੰਡ ਦੀ ਗੱਲ ਕਰੀਏ ਤੇ ਇਹ ਬੜਾ ਛੋਟਾ ਜਿਹਾ ਸਟੇਟ ਆ ਜੀ। 9 ਨਵੰਬਰ ਸਨ 2000 ਨੂੰ ਨਵਾਂ ਸਟੇਟ ਬਣਾਇਆ ਗਿਆ ਯੂਪੀ ਦੇ ਵਿੱਚੋਂ ਕੱਟ ਕੇ, ਜਿਹੜਾ ਪੌੜੀ, ਗੜਵਾਲ, ਹਰਿਦੁਆਰ, ਰਿਸ਼ੀਕੇਸ਼ ਵਾਲੇ, ਦੇਹਰਾਦੂਨ ਵਾਲੇ ਇਲਾਕੇ ਦੇ ਵਿੱਚ ਜਿਹੜਾ ਪਹਾੜੀ ਇਲਾਕਾ ਆ, ਬਹੁਤ ਖੂਬਸੂਰਤ ਆ, ਬਹੁਤ ਨੈਚੁਰਲ ਆ। ਤੇ ਧਾਰਮਿਕ ਦ੍ਰਿਸ਼ਟੀ ਤੋਂ ਜੇ ਗੱਲ ਕਰੀਏ ਤੇ ਜਿਹੜੀ ਹਿੰਦੂ ਧਰਮ ਦੇ ਵਿੱਚ 4 ਧਾਮ ਯਾਤਰਾ ਆ, ਗੰਗੋਤਰੀ, ਯਮਨੋਤਰੀ, ਰਿਸ਼ੀਕੇਸ਼, ਹਰਿਦੁਆਰ, ਕੇਦਾਰਨਾਥ ਤੇ ਬਦਰੀਨਾਥ, ਇਹ ਸਾਰੇ ਜਿਹੜੇ ਆ ਉਹਦੇ ਵਿੱਚ ਆਉਂਦੇ ਆ। ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਸਾਡੇ ਨਾਲ ਉਹਨਾਂ ਦਾ ਜੁੜਾਵ ਆ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਅਸੀਂ ਬਹੁਤ ਸਾਰੇ ਲੋਕ ਉੱਥੇ ਜਾਂਦੇ ਆ। ਇਹ ਉਹ ਸਟੇਟ ਆ। ਪਰ ਰਾਜਨੀਤਿਕ ਜਦੋਂ ਦ੍ਰਿਸ਼ਟੀਕੋਣ ਤੋਂ ਉੱਤਰਾਖੰਡ ਨੂੰ ਦੇਖੀਏ ਤੇ ਸਿਰਫ 20 ਸਾਲ ਪੁਰਾਣਾ ਸੂਬਾ ਆ ਤੇ 20 ਸਾਲਾਂ 'ਚ ਉੱਥੇ 12-13 ਵਾਰ ਮੁੱਖ ਮੰਤਰੀ ਬਦਲੇ ਗਏ ਨੇ। ਕੁਝ ਲੋਕ 1 ਵਾਰ ਤੋਂ ਵੱਧ ਵਾਰ ਵੀ ਬਣੇ ਨੇ, ਫਿਰ ਵੀ ਜਿਹੜੇ ਹੁਣ ਮੁੱਖ ਮੰਤਰੀ ਬਣੇ ਨੇ 9ਵੀਂ ਵਾਰ ਮੁੱਖ ਮੰਤਰੀ ਨੇ। ਤੇ ਜੇ ਆਪਾਂ 5 ਸਾਲ ਦੇ ਟੈਨਿਓਰ ਨੂੰ ਦੇਖੀਏ ਤੇ 9-5 45 ਸਾਲ ਨਿਕਲ ਜਾਣੇ ਚਾਹੀਦੇ ਸੀ, ਪਰ 20 ਸਾਲ ਦੇ ਵਿੱਚ ਹੀ ਉੱਥੇ 9 ਮੁੱਖ ਮੰਤਰੀ ਬਣ ਗਏ। ਪਹਿਲੀ ਵਾਰੀ ਮੁੱਖ ਮੰਤਰੀ ਸਵਾਮੀ ਨਿਤਿਆਨੰਦ ਜੀ ਬਣੇ ਸੀ, ਬੀਜੇਪੀ ਤੋਂ ਹੀ ਜਦੋਂ ਸੂਬਾ ਬਣਿਆ ਸੀ। ਉਦੋਂ ਇਹੀ ਤੀਰਥ ਸਿੰਘ ਰਾਵਤ ਜੀ ਉੱਥੇ ਉੱਤਰਾਖੰਡ ਦੇ ਪਹਿਲੇ ਸਿੱਖਿਆ ਮੰਤਰੀ ਬਣੇ ਸੀ। ਉਸ ਤੋਂ ਬਾਅਦ ਜੇ ਅਸੀਂ ਫਿਰ ਉਹਦੀ ਹੋਰ ਰਾਜਨੀਤਿਕ ਗੱਲ ਕਰੀਏ ਤੇ ਸਿਰਫ 5 ਸਾਲ ਪੂਰੇ ਕਰਨ ਵਾਲੇ ਇੱਕੋ ਇੱਕ ਮੁੱਖ ਮੰਤਰੀ ਰਹੇ ਇੱਥੇ ਕਾਂਗਰਸ ਤੋਂ ND ਤਿਵਾੜੀ ਜੀ। ਕਾਂਗਰਸ ਦੇ ਬਹੁਤ ਵੱਡੇ ਲੀਡਰ ਸੀ ਤੇ ਜਿੰਨੇ ਉਹ ਵੱਡੇ ਲੀਡਰ ਸੀ ਉਨੇ ਹੀ ਵਿਵਾਦਤ ਵੀ ਸੀ। ਉਮਰ ਦੇ ਆਖਰੀ ਪੜਾਅ ਦੇ ਵਿੱਚ ਉਹਨਾਂ ਨੂੰ ਇੱਕ ਹੋਰ ਬੰਦੇ ਵੱਲੋਂ, ਇੱਕ ਹੋਰ ਲੜਕੇ ਵੱਲੋਂ ਦਾਅਵਾ ਕਰਤਾ ਗਿਆ ਸੀ ਕਿ ਮੈਂ ਤਿਵਾੜੀ ਸਾਹਿਬ ਦਾ ਬੇਟਾ ਹਾਂ। ਬੜਾ ਲੰਬਾ ਚੌੜਾ ਕੇਸ ਚੱਲਿਆ, ਤਿਵਾੜੀ ਸਾਹਿਬ ਨੂੰ ਉਸ ਕੰਮ ਲਈ ਬਹੁਤ ਕੁਝ ਝੱਲਣਾ ਪਿਆ, DNA ਟੈਸਟ ਹੋਏ, ਪਰ ਫਿਰ ਇਹਨਾਂ ਨੇ ਮਰਨ ਤੋਂ ਪਹਿਲਾਂ ਕਬੂਲ ਕਰ ਲਿਆ ਸੀ ਕਿ ਉਹ ਗੱਲ ਠੀਕ ਆ ਤੇ ਮੇਰਾ ਹੀ ਬੱਚਾ ਹੈ ਜੀ। ਉਹਨਾਂ ਤੋਂ ਬਾਅਦ ਜਿਹੜੇ ਪੰਜਾਬ ਦੇ ਹੁਣ ਕਾਂਗਰਸ ਦੇ ਇੰਚਾਰਜ ਨੇ ਹਰੀਸ਼ ਰਾਵਤ ਜੀ, ਇਹ ਉੱਥੇ 3 ਵਾਰ ਮੁੱਖ ਮੰਤਰੀ ਰਹੇ ਜੀ। ਤੇ ਇਹਨਾਂ ਦੇ ਨਾਲ ਵੀ ਇੱਕ ਰਿਕਾਰਡ ਜੁੜਿਆ ਹੋਇਆ। 21 ਅਪ੍ਰੈਲ 2016 ਨੂੰ ਇਹ ਮੁੱਖ ਮੰਤਰੀ ਬਣੇ ਸੀ ਤੇ 22 ਅਪ੍ਰੈਲ ਨੂੰ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਸਿਰਫ ਇੱਕ ਦਿਨ ਦੇ ਮੁੱਖ ਮੰਤਰੀ ਵੀ ਉੱਥੇ ਰਹੇ ਸੀ। ਤੇ ਉੱਥੇ ਜਿਹੜਾ ਰਾਜਨੀਤਿਕ ਉਠਾ ਪਟਕ ਆ ਉਹ ਚੱਲਦੀ ਰਹਿੰਦੀ ਆ। ਤੇ ਹੁਣ ਉੱਥੇ ਤਰਵਿੰਦਰ ਸਿੰਘ ਰਾਵਤ ਜੀ ਸੀਗੇ ਬੀਜੇਪੀ ਤੋਂ ਮੁੱਖ ਮੰਤਰੀ। ਪੰਜਾਬ ਦੇ ਨਾਲ ਹੀ ਅਗਲੇ ਸਾਲ ਉੱਥੇ ਇਲੈਕਸ਼ਨ ਹੋਣ ਵਾਲੀ ਆ। 4 ਸਾਲ ਉਹਨਾਂ ਨੇ ਕੰਮ ਕੀਤਾ
ਟੂਰਿਜ਼ਮ ਲਈ ਬਹੁਤ ਚੰਗੇ ਕੰਮ ਕੀਤੇ। 2013 ਦੇ ਵਿੱਚ ਉੱਥੇ ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਵੱਡੇ ਹੜ੍ਹ ਆਏ ਸੀ, ਜਦੋਂ ਬਦਰੀਨਾਥ ਕੇਦਾਰਨਾਥ ਤੋਂ ਉੱਪਰ ਜਿੰਨੇ ਪ੍ਰੋਜੈਕਟ ਬਣੇ ਹੋਏ ਸੀ ਜਿਹੜੇ, ਤੇ ਉੱਥੇ ਬਹੁਤ ਸਾਰੇ ਹੜ੍ਹ ਆਏ ਸੀ ਤੇ ਬਹੁਤ ਬੇਸ਼ੁਮਾਰ ਜਾਨ ਮਾਲ ਦਾ ਨੁਕਸਾਨ ਹੋਇਆ ਸੀ ਜੀ। ਉਸ ਤੋਂ ਬਾਅਦ ਇਹਨਾਂ ਨੇ 16 ਦੇ ਵਿੱਚ ਉੱਥੇ 17 ਦੇ ਵਿੱਚ ਜਿਹੜੀ ਸੰਭਾਲੀ ਸੀ ਕੁਰਸੀ, ਤੇ ਉੱਥੇ ਇਹਨਾਂ ਨੇ ਚੰਗੇ ਕੰਮ ਕਰਾਏ, ਪਰ ਲੋਕਲ ਲੀਡਰਸ਼ਿਪ ਜਿਹੜੀ ਉਹਨਾਂ ਤੋਂ ਖੁਸ਼ ਨਹੀਂ ਸੀ ਤੇ ਕਾਫੀ ਸਾਰੀਆਂ ਗੱਲਾਂ ਇਹਨਾਂ ਦੇ ਵਿਰੋਧ 'ਚ ਜਾਂਦੀਆਂ ਸੀ। ਮੈਂ ਇੱਕ ਛੋਟੀ ਜਿਹੀ ਗੱਲ ਹੋਰ ਦੱਸਣੀ ਚਾਹੁੰਦਾ। ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਇੱਕ ਪ੍ਰਾਈਵੇਟ ਸੰਸਥਾ ਨੇ ਹਿੰਦੁਸਤਾਨ ਦੇ ਸਾਰੇ ਮੁੱਖ ਮੰਤਰੀਆਂ ਦਾ ਇੱਕ ਸਰਵੇ ਕੀਤਾ ਸੀ ਤੇ ਸਭ ਤੋਂ ਮਾੜੇ ਜਿਹੜੇ ਪਿਛਲੇ 3 ਬੰਦੇ ਸੀ ਉਹਨਾਂ ਦੇ ਵਿੱਚ ਤ੍ਰਿਵਿੰਦਰ ਸਿੰਘ ਰਾਵਤ ਦਾ ਨਾਮ ਸੀ। ਤੇ ਪਿਛਲੇ ਪ੍ਰੋਗਰਾਮ ਦੇ ਹਿੱਸੇ 'ਚ ਅਸੀਂ ਗੱਲ ਕੀਤੀ ਆ ਮਨੋਹਰ ਲਾਲ ਖੱਟੜ ਦੀ, ਜਿਹੜੇ ਆਪਣੀ ਸਰਕਾਰ ਬਚਾਉਣ 'ਚ ਕਾਮਯਾਬ ਹੋਏ ਆ, ਉਹਨਾਂ ਦਾ ਨਾਮ ਵੀ ਉਹਦੇ 'ਚ ਸ਼ਾਮਲ ਸੀ। ਤੇ ਸਾਡੀ ਬਦਕਿਸਮਤੀ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਦਾ ਨਾਮ ਵੀ ਉਹਦੇ ਵਿੱਚ ਸ਼ਾਮਲ ਸੀ। ਪਿਛਲੇ 3 ਮੁੱਖ ਮੰਤਰੀਆਂ ਦੇ ਵਿੱਚ ਉਸ ਸਰਵੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਤ੍ਰਿਵਿੰਦਰ ਸਿੰਘ ਰਾਵਤ ਤੇ ਮਨੋਹਰ ਲਾਲ ਖੱਟੜ ਦਾ ਨਾਮ ਸੀ। ਇਸ ਗੱਲ ਤੋਂ ਵੀ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਸੀ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਨਾਰਾਜ਼ ਸੀ। ਚਰਚਾ ਕੁਝ ਹੋਰ ਲੀਡਰਾਂ ਤੇ ਵੀ ਹੋ ਰਹੀ ਸੀ, ਪਰ ਜਿਹੜੀ ਗੱਲਬਾਤ ਆ ਉਹ ਮਿਲੀ ਹੈਗੀ ਆ ਮੁੜ ਕੇ ਕੁਰਸੀ ਤੀਰਥ ਸਿੰਘ ਰਾਵਤ ਜੀ ਨੂੰ। ਬਹੁਤ ਹੀ ਨਿਮਰ ਸੁਭਾਅ ਦੇ ਨੇ, ਬਹੁਤ ਲੋ ਪ੍ਰੋਫਾਈਲ ਲੀਡਰ ਨੇ। ਯੂਪੀ ਦੇ ਵਿੱਚ ਜਦੋਂ ਉੱਤਰਾਖੰਡ ਨਹੀਂ ਬਣਿਆ ਸੀ, ਯੂਪੀ ਦੇ ਵਿੱਚ ਵੀ ਐਕਟਿਵ ਸੀ, MLA ਸੀ। ਇੱਥੇ ਉਹ ਪਹਿਲੇ ਸਿੱਖਿਆ ਮੰਤਰੀ ਬਣੇ ਸੀ ਤੇ ਅੱਜ ਦੇ ਦੌਰ ਦੇ ਵਿੱਚ ਉਹ ਪੌੜੀ ਗੜਵਾਲ ਤੋਂ ਹੀ, ਲੋਕ ਸਭਾ ਸੀਟ ਤੋਂ ਹੀ MP ਨੇ। ਉਹਨਾਂ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਸੀ। ਜਦੋਂ ਉਹਨਾਂ ਦੇ PA ਨਾਲ ਗੱਲ ਹੋਈ, ਉਹ ਕਹਿੰਦੇ ਅਸੀਂ ਤਾਂ ਦਿੱਲੀ ਆ, ਸਾਹਿਬ ਵੀ ਦਿੱਲੀ ਨੇ, ਸੰਸਦ ਦਾ ਸੈਸ਼ਨ ਚੱਲ ਰਿਹਾ, ਤੇ ਉਹਨਾਂ ਨੂੰ ਅਚਾਨਕ ਹੀ ਇਹ ਮਿਲਿਆ ਕਿ ਤੁਸੀਂ ਜਾਓ ਤੇ CM ਦੀ ਸੀਟ ਸੰਭਾਲੋ, ਤੇ ਕੱਲ੍ਹ ਉਹਨਾਂ ਨੇ ਸਹੁੰ ਚੱਕ ਲਈ ਆ। ਬਹੁਤ ਹੀ ਹੈਰਾਨੀ ਦੀ ਗੱਲ ਆ BJP ਦੇ ਵਿੱਚ ਕਿ ਉਹਨਾਂ ਨੂੰ ਇਹ ਜਿਹੜਾ ਸੀਟ ਆ ਮਿਲੀ ਆ। ਤੇ ਜਦੋਂ ਅਸੀਂ ਉੱਤਰਾਖੰਡ ਦੀ ਗੱਲ ਕਰੀਏ ਤੇ ਪੰਜਾਬ ਦੇ ਨਾਲ ਆਪਾਂ ਦੱਸਿਆ ਕਿ ਜਿਹੜੇ ਹਰੀਸ਼ ਰਾਵਤ ਜੀ ਉੱਥੇ ਨੇ। ਯੂਪੀ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਯੋਗੀ ਆਦਿੱਤਿਆਨਾਥ ਜੀ, ਉਹਨਾਂ ਦਾ ਗ੍ਰਹਿ ਜਿਹੜਾ ਸਟੇਟ ਆ ਉਹ ਵੀ ਪਿੱਛੋਂ ਉੱਤਰਾਖੰਡ ਨੂੰ ਹੀ ਬਿਲੋਂਗ ਕਰਦੇ ਆ। ਸਾਡੇ NSA ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੋਭਾਲ ਨੇ, ਜਿਹੜੇ ਹਿੰਦੁਸਤਾਨ ਦੇ ਬਹੁਤ ਵੱਡੀ ਹਸਤੀ ਮੰਨਿਆ ਜਾਂਦਾ, ਉਹਨਾਂ ਨੂੰ ਸਿਕਿਉਰਿਟੀ ਦੇ ਨਜ਼ਰੀਏ ਤੋਂ ਬਹੁਤ ਲੰਬਾ ਚੌੜਾ ਉਹਨਾਂ ਦਾ ਮਿਲਟਰੀ ਕੈਰੀਅਰ ਵੀ ਰਿਹਾ ਆ, ਸਿਕਿਉਰਿਟੀ ਦੇ ਨਜ਼ਰੀਏ ਤੋਂ ਵੀ ਬਹੁਤ ਨੇੜੇ ਰਹਿੰਦੇ ਨੇ ਤੇ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਨੇ, ਉਹ ਵੀ ਇਸੇ ਸਟੇਟ ਤੋਂ ਨੇ। ਤੇ ਜਿਹੜੇ ਸਾਡੇ CDS ਨੇ, ਭਾਰਤ ਦੇ ਵਿੱਚ ਪਹਿਲੇ ਵਾਰ ਕਿਸੇ ਨੂੰ ਚੀਫ ਆਫ ਡਿਫੈਂਸ ਸਟਾਫ ਲਾਇਆ ਗਿਆ, ਜਨਰਲ ਵਿਪਨ ਰਾਵਤ, ਉਹ ਵੀ ਇਸੇ ਸਟੇਟ ਤੋਂ ਨੇ। ਕਦੇ BC ਖੰਡੂਰੀ ਜੀ ਵੀ ਇੱਥੇ CM ਰਹੇ ਨੇ, ਜਿਹੜੇ ਕਦੇ ਭਾਰਤ ਦੇ ਬਾਅਦ ਵਿੱਚ ਟਰਾਂਸਪੋਰਟ ਮੰਤਰੀ ਵੀ ਬਣੇ। ਬਹੁਤ ਵਧੀਆ ਸਟੇਟ ਆ, ਛੋਟੀ ਸਟੇਟ ਆ, ਤੇ ਉੱਥੇ ਹੁਣ ਇੱਕ ਨਵੇਂ CM ਨੂੰ ਲਾਇਆ ਗਿਆ। ਅਗਲੇ ਸਾਲ ਚੋਣਾਂ ਨੇ, ਦੇਖਦੇ ਆ ਉਹਨਾਂ ਦਾ ਕਾਰਜਕਾਲ ਕਿਵੇਂ ਦਾ ਰਹਿੰਦਾ ਤੇ ਕਿਵੇਂ ਉਹ ਸਾਰਾ ਕੁਝ ਸੰਭਾਲਦੇ ਨੇ ਜੀ। ਸਵਲੀਨ ਜੀ, ਮੈਂ ਸ਼ਰਮਾ ਜੀ ਦੀ ਗੱਲ ਦੇ ਨਾਲ ਇੱਕ ਗੱਲ ਜੋੜਨੀ ਚਾਹੁੰਦਾ। ਦੇਖੋ, ਮੀਡੀਆ ਦਾ ਕੰਮ ਆ ਨੁਕਤਾਚੀਨੀ ਕਰਨੀ, ਪੋਲੀਟੀਕਲ ਜਿੱਥੇ ਵੀ ਕੋਈ ਘਟਨਾ ਵਾਪਰਦੀ ਆ। ਜਿੰਨੀ ਮਰਜ਼ੀ ਅਸੀਂ BJP ਦੀਆਂ ਖਾਮੀਆਂ ਕੱਢ ਲਈਏ, ਉਨੀਆਂ ਥੋੜ੍ਹੀਆਂ, ਔਰ ਹੈ ਵੀ ਆ। ਪਰ ਕਿਤੇ ਨਾ ਕਿਤੇ ਇੱਕ ਗੱਲ ਜ਼ਰੂਰ ਦੇਖਣ ਨੂੰ ਇਸ BJP ਦੇ ਸਾਰੇ ਘਟਨਾਕ੍ਰਮ ਜਿਹੜੇ ਹੁੰਦੇ ਉਹਨੂੰ ਦੇਖਣ ਵਾਲੀ ਆ, ਜਾਂ ਉਹਨਾਂ ਦੀ ਇੱਕ ਪ੍ਰਸ਼ੰਸਾ ਇਸ ਗੱਲੋਂ ਜ਼ਰੂਰ ਬਣਦੀ ਆ ਕਿ BJP ਦਾ ਹੁਣ ਤੱਕ ਦਾ ਜਿੰਨਾ ਆਪਾਂ ਦੇਖਦੇ ਹਾਂ, ਵਾਜਪਾਈ ਸਾਹਿਬ ਤੋਂ ਲੈ ਕੇ ਅਡਵਾਨੀ ਸਾਹਿਬ ਤੋਂ, BJP ਦੀ ਇੱਕ ਗੱਲ 'ਚ ਖਾਸੀਅਤ ਰਹੀ ਜਿਹੜੀ ਦੂਜੀਆਂ ਪਾਰਟੀਆਂ 'ਚ ਕਮੀ ਦੇਖੀ ਜਾਂਦੀ ਆ, ਵੀ ਇੱਥੇ ਜਿੱਦਾਂ ਸ਼ਰਮਾ ਜੀ ਨੇ ਦੱਸਿਆ ਕਿ ਆਮ ਬੰਦਾ ਵੀ ਕਿਤੇ ਨਾ ਕਿਤੇ CM ਦੀ ਜਾਂ ਮੰਤਰੀ ਦੀ ਕੁਰਸੀ ਤੇ ਬੈਠ ਸਕਦਾ। ਨਹੀਂ ਤਾਂ ਅਕਸਰ ਕੀ ਹੁੰਦਾ, ਜਦੋਂ ਵੀ ਕਿਸੇ CM ਵੱਡੇ ਅਹੁਦੇ ਲਈ ਜਾਂ ਹੋਰ ਕਿਸੇ ਅਹੁਦੇ ਲਈ ਜਾਂ ਮੰਤਰੀ ਦੇ ਅਹੁਦੇ ਲਈ ਦੁਬਾਰਾ ਕਿਸੇ ਦੀ ਚੋਣ ਹੁੰਦੀ ਆ, ਤੇ ਕੋਸ਼ਿਸ਼ ਹੀ ਹੁੰਦੀ ਹੈ ਵੀ ਜਾਂ ਤਾਂ ਉਹ ਪਹਿਲੇ ਮੰਤਰੀ ਦੇ ਕੋਈ ਪ੍ਰੇਮ ਪਿਆਰ ਵਾਲਾ ਹੋਵੇ ਜਾਂ ਉਹਦਾ ਪਰਿਵਾਰਕ ਮੈਂਬਰ ਹੀ ਹੋਵੇ। ਪਰ BJP ਦੇ ਵਿੱਚ ਦੇਖੀਏ, ਚਾਹੇ ਆਪਾਂ ਪਰਿਵਾਰਵਾਦ ਜਿਹੜਾ ਬਾਕੀਆਂ ਦੇ ਮੁਕਾਬਲੇ ਕਿਤੇ ਨਾ ਕਿਤੇ ਘੱਟ ਆ, ਕਿਉਂਕਿ ਜਦੋਂ ਆਪਾਂ ਦੇਖੀਏ ਅਡਵਾਨੀ ਜੀ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਨਿਤਿਨ ਗਡਕਰੀ, ਰਾਜਨਾਥ ਸਿੰਘ, ਮਤਲਬ ਇਹਨਾਂ ਪਾਰਟੀਆਂ ਦੇ ਪ੍ਰਧਾਨ ਰਹੇ ਆ। ਤੇ ਹੁਣ ਵੀ ਆਪਾਂ ਦੇਖੀਏ ਅਮਿਤ ਸ਼ਾਹ ਜੀ ਆ, ਆਪਣੇ JP ਨੱਡਾ ਜੀ ਆ, ਮਤਲਬ ਇਹ ਸਾਰੇ ਇੱਕ ਦੂਜੇ ਨਾਲ ਪਰਿਵਾਰਕ ਤੌਰ ਤੇ ਜਿਹੜੇ ਆ, ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਪਰਿਵਾਰ ਦਾ ਜੇ ਕਬਜ਼ਾ ਹੋ ਗਿਆ ਪ੍ਰਧਾਨਗੀ ਤੇ ਜਾਂ ਕਿਸੇ ਸੀਟ ਤੇ ਉਹਦਾ ਗਾਂ ਮੁੰਡਾ ਚੱਲੂਗਾ ਤਾਂ ਪੋਤਾ ਚੱਲੂਗਾ, ਤਾਂ ਇਦਾਂ ਚੱਲਦਾ ਰਹੂਗਾ। ਕੁਛ ਹੈ ਸਟੇਟ ਵਾਈਜ਼ ਕਿ ਕਈਆਂ ਸਟੇਟਾਂ ਦੇ ਵਿੱਚ ਇਹਨਾਂ ਮੰਤਰੀਆਂ ਦੇ ਲੜਕੇ ਜਾਂ ਨੌਹਾਂ ਜਾਂ ਕੋਈ ਭੈਣ ਭਰਾ ਉਹ MLA MP ਹੈਗੇ ਆ, ਪਰ ਜੇ ਵੱਡੇ ਪੱਧਰ ਦਾ ਇਹਨਾਂ ਦੇ ਜਿਹੜੀ ਪ੍ਰਧਾਨਗੀ ਦੇ ਅਹੁਦੇ ਆ ਜਾਂ CM ਦੇ ਅਹੁਦੇ ਆ, ਹੁਣ ਆਦਿੱਤਿਆ ਜੋਗੀਨਾਥ ਨੂੰ ਕਿੰਨਾ ਕੋਈ ਪਹਿਲਾਂ UP ਦੇ ਵਿੱਚ ਕੋਈ ਜਾਣਦਾ ਸੀਗਾ। ਮਨੋਹਰ ਲਾਲ ਖੱਟੜ ਦੀ ਗੱਲ ਕਰ ਲਈਏ, ਆ ਜਦੋਂ CM ਬਣਤੇ ਉਦੋਂ ਪਹਿਲਾਂ ਸ਼ਾਇਦ ਹੀ ਕੋਈ ਇੰਨਾ ਵੱਡਾ ਨਾਂ ਕਦੀ ਕਿਸੇ ਨੇ ਸੁਣਿਆ ਨਹੀਂ ਸੀਗਾ। ਤੇ ਜਿਵੇਂ ਹੁਣ ਦੱਸਿਆ ਵੀ ਹੁਣ ਵੀ ਉੱਤਰਾਖੰਡ ਦੇ ਵਿੱਚ ਜਿਹੜੇ ਮੁੱਖ ਮੰਤਰੀ ਨਵੇਂ ਬਣਾਏ ਗਏ ਆ, ਉਹਨਾਂ ਦਾ ਨਾਂ ਵੀ ਕੋਈ ਜ਼ਿਆਦਾ ਮੁੱਖ ਮੰਤਰੀ ਲਈ ਜੇ ਪੋਲੀਟੀਕਲ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕੋਈ ਨਾਮਵਰ ਵੱਡਾ ਕੱਦ ਨਹੀਂ ਸੀਗਾ। ਪਰ BJP 'ਚ ਇਹ ਕਿਤੇ ਨਾ ਕਿਤੇ ਖਾਸੀਅਤ ਹੈਗੀ ਕਿ ਆਮ ਬੰਦਾ ਜਿਹੜਾ ਹੈਗਾ, ਕੋਈ ਗਰਾਊਂਡ ਨਾਲ, ਪਾਰਟੀ ਨਾਲ ਜਾਂ ਸੰਘ ਨਾਲ ਜੁੜਿਆ ਹੋਇਆ, ਤੇ ਉਹਦਾ ਨੰਬਰ ਆ ਜਾਂਦਾ, ਉਹਦੀ ਵਾਰੀ ਆ ਜਾਂਦੀ ਆ। ਤੇ ਦੂਜੀਆਂ ਪਾਰਟੀਆਂ ਵਿੱਚ ਇਹਨਾਂ
ਗੱਲਾਂ ਦੀ ਘਾਟ ਦੇਖੀ ਗਈ ਆ, ਕਿਉਂਕਿ ਜਦੋਂ ਆਪਾਂ ਕੰਪੇਅਰ ਟੂ ਹੋਰ ਪਾਰਟੀਆਂ ਦੇਖਦੇ ਉਹਨਾਂ ਵਿੱਚ ਪਰਿਵਾਰਵਾਦ ਦਾ ਜਿਹੜਾ ਆ ਇੱਕ ਚੇਨ ਚੱਲਦੀ ਆ, ਉਹ ਜ਼ਿਆਦਾ ਹੈਵੀ ਰਹਿੰਦੀ ਆ। ਬੀਜੇਪੀ ਦੇ ਵਿੱਚ ਕਿਤੇ ਨਾ ਕਿਤੇ ਆਣ ਕੇ ਇਸ ਗੱਲੋਂ ਬੀਜੇਪੀ ਦਾ ਪ੍ਰਸ਼ੰਸਾ ਕਰਨੀ ਬਣਦੀ ਆ ਵੀ ਆਮ ਬੰਦਾ ਵੀ ਇਹਦੇ ਵਿੱਚ ਕੋਈ ਅਹੁਦਾ ਲੈਣ ਦਾ ਸੋਚ ਸਕਦਾ ਤੇ ਕਿਸੇ ਦਾ ਵੀ ਨੰਬਰ ਲੱਗ ਸਕਦਾ। ਪਰਿਵਾਰਵਾਦ ਇੰਨਾ ਭਾਰੂ ਨਹੀਂ ਹੈਗਾ ਇਹਨਾਂ 'ਚ। ਜੀ ਬਿਲਗਾ ਸਾਹਿਬ, ਹੁਣ ਉੱਤਰਾਖੰਡ ਤੋਂ ਬਾਅਦ ਬੰਗਾਲ ਵੱਲ ਰੁਖ ਕਰਦੇ ਆ, ਉੱਥੇ ਚੋਣਾਂ ਨੇ ਤੇ ਹਿੰਸਾ ਜਿਹੜੀ ਆ ਉਹ ਮੁੱਖ ਮੰਤਰੀ ਤੱਕ ਪਹੁੰਚ ਗਈ ਆ। ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਮਲੇ ਨੂੰ? ਇਹ ਕੱਲ ਦੀ ਘਟਨਾ ਆ ਜੀ। ਉਹ ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਆਪਣਾ ਕਰਨ ਜਾਂਦੇ ਆ ਪਰਚਾ ਦਾਖਲ, ਨਾਮਜ਼ਦਗੀ ਪੇਪਰ ਦਾਖਲ ਕਰਨ ਜਾਂਦੇ ਆ। ਉਸ ਤੋਂ ਬਾਅਦ ਇਹ ਉਹਨਾਂ ਦੇ ਚੋਟ ਲੱਗਦੀ ਆ, ਚਾਹੇ ਕਿ ਉਹਨਾਂ ਨੇ ਮੁੜ ਕੇ ਬਿਆਨ ਦਿੱਤਾ ਆ ਵੀ ਇਹ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਹ ਸੱਟ ਲੱਗੀ ਆ। ਪਰ ਕਿਤੇ ਨਾ ਕਿਤੇ ਇੱਕ ਗੱਲ ਜ਼ਰੂਰ ਦੇਖਣੀ ਪਊਗੀ, ਮਮਤਾ ਬੈਨਰਜੀ ਜਿਹੜੇ ਪਹਿਲਾਂ ਉਹਨਾਂ ਦਾ ਪਿਛੋਕੜ ਇਹ ਰਿਹਾ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਬਹੁਤ ਮਤਲਬ ਵੱਡੇ ਲੀਡਰ ਰਹੇ ਆ। ਕਿਤੇ ਨਾ ਕਿਤੇ ਉਹਨਾਂ ਦੇ ਜਦੋਂ ਵਿਚਾਰਾਂ ਦੇ ਵਖਰੇਵੇਂ ਆਏ ਤੇ ਉਹਨਾਂ ਨੇ ਆਪਣਾ ਜਿਹੜਾ ਆ ਦਲ ਵੱਖਰਾ ਬਣਾ ਲਿਆ, ਤ੍ਰਿਣਮੂਲ ਕਾਂਗਰਸ ਜਿਹੜੀ ਸੀਗੀ। ਤੇ ਨਾਲ ਹੀ ਕਾਮਰੇਡਾਂ ਦਾ ਜਿੱਦਾਂ ਲੰਬਾ ਸਮਾਂ ਰਾਜ ਰਿਹਾ ਆ ਪੱਛਮੀ ਬੰਗਾਲ ਦੇ ਵਿੱਚ, ਤੇ ਨੰਦੀਗ੍ਰਾਮ ਦੇ ਨਾਲ ਉਹਨਾਂ ਜਦੋਂ ਪਹਿਲੇ ਅੰਦੋਲਨ ਹੁੰਦੇ ਰਹੇ ਆ ਤਾਂ ਉਹ ਬੜੀ ਨੇੜਿਓਂ ਜੁੜੀ ਰਹੀ ਆ ਵਿੱਚ ਉਹਨਾਂ ਦੇ ਅੰਦੋਲਨ ਦੇ ਨਾਲ। ਇਸ ਵਾਰੀ ਉਹਨੇ ਨੰਦੀਗ੍ਰਾਮ ਹਲਕਾ ਵੀ ਇਸੇ ਕਰਕੇ ਚੁਣਿਆ ਆ ਕਿਉਂਕਿ ਬਹੁਤ ਵੱਡਾ ਚੈਲੰਜ ਲਿਆ ਉਹਨਾਂ ਨੇ। ਹੁਣ ਕਾਮਰੇਡ ਜਾਂ ਕਾਂਗਰਸ ਦੇ ਨਾਲ ਉਹਦੀ ਉੱਥੇ ਕੋਈ ਵੱਡੀ ਟੱਕਰ ਜਾਂ ਲੜਾਈ ਜਿਹੜੀ ਆ ਉਹ ਨਹੀਂ ਬਣ ਰਹੀ। ਇਸ ਵੇਲੇ ਜਿੰਨਾ ਵੀ ਉਹ ਮੀਡੀਆ ਦੇ ਵਿੱਚ ਆ ਰਿਹਾ ਕਿ ਬੀਜੇਪੀ ਦੇ ਨਾਲ ਇਸ ਵੇਲੇ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਆ ਰਾਜਨੀਤਿਕ ਲੜਾਈ ਆ। ਪਰ ਜਿਸ ਤਰ੍ਹਾਂ ਉਹ ਇਸ ਵੇਲੇ ਭਾਰਤ ਦੀ ਰਾਜਨੀਤਿਕ ਨੀਤੀ ਵਿੱਚ ਧਾਕੜ ਲੇਡੀਜ਼ ਮੰਨੀ ਜਾਂਦੀ ਆ, ਕਿਉਂਕਿ ਉਹ ਇਸ ਵੇਲੇ ਪੂਰੇ ਸੈਂਟਰ ਸਰਕਾਰ ਦਾ, ਪੂਰੀ ਮੋਦੀ ਸਰਕਾਰ ਦਾ ਕਿਸੇ ਬਿਆਨ ਤੋਂ ਤੁਸੀਂ ਦੇਖ ਲਓ, ਨਾ ਕਾਮਰੇਡਾਂ ਦੇ ਖਿਲਾਫ ਕੋਈ ਬਿਆਨ ਆ ਰਿਹਾ, ਨਾ ਕਾਂਗਰਸ ਦੇ, ਨਾ ਕੋਈ ਹੋਰ ਉੱਥੇ ਜਿਹੜੇ ਲੋਕਲ ਦਲ ਉਹਨਾਂ ਦੇ, ਇੱਕੋ ਹੀ ਆ ਟਾਰਗੇਟ ਤੇ ਮਮਤਾ ਬੈਨਰਜੀ। ਇਹ ਤੋਂ ਇਹ ਲੱਗਦਾ ਆ ਕਿ ਮਮਤਾ ਬੈਨਰਜੀ ਨੇ ਉੱਥੇ ਮੋਦੀ ਸਰਕਾਰ ਨੂੰ ਜਾਂ ਬੀਜੇਪੀ ਨੂੰ ਪੂਰਾ ਉਹਨਾਂ ਹੀ ਪੜ੍ਹਨੇ ਪਾਇਆ ਆ। ਜੋ ਗਰਾਊਂਡ ਤੋਂ ਰਿਪੋਰਟਾਂ ਆ ਰਹੀਆਂ ਆ ਉਹਨਾਂ ਵਿੱਚ ਵੀ ਇਹ ਲੱਗ ਰਿਹਾ ਕਿ ਮਮਤਾ ਬੈਨਰਜੀ ਆ ਜਿਹੜਾ ਹੱਥ ਹਜੇ ਵੀ ਰਾਜਨੀਤਿਕ ਤੌਰ ਤੇ ਉੱਪਰ ਆ। ਹੁਣ ਰਹੀ ਗੱਲ ਉਹਦੇ ਸੱਟ ਲੱਗਣ ਦੀ, ਉਹਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗ ਲਈ ਆ ਸਰਕਾਰ ਨੇ ਵੀ ਇਹ ਘਟਨਾ ਕਿਉਂ ਵਾਪਰੀ, ਕਿੱਦਾਂ ਵਾਪਰੀ ਆ। ਬੀਜੇਪੀ ਵੱਲੋਂ ਜਾਂ ਹੋਰ ਦਲਾਂ ਵੱਲੋਂ ਇਸ ਨੂੰ ਡਰਾਮਾ ਵੀ ਦੱਸਿਆ ਜਾ ਰਿਹਾ। ਹੁਣ ਕੀ ਹੋਇਆ, ਕਿੱਦਾਂ ਹੋਈ ਆ, ਰਾਜਨੀਤੀ ਵਿੱਚ ਮਿੰਟੋ ਮਿੰਟੀ ਸਮੀਕਰਨ ਜਿਹੜੇ ਬਦਲਦੇ ਆ ਤੇ ਇਹਨਾਂ ਬਦਲਦੇ ਸਮੀਕਰਨਾਂ ਵਿੱਚ ਇਸ ਚਾਹੇ ਸੱਟ ਉਹਦੇ ਸਹੀ ਲੱਗੀ ਹੈ, ਚਾਹੇ ਸਾਜ਼ਿਸ਼ ਹੋਈ ਆ, ਇਹਦਾ ਵੀ ਰਾਜਨੀਤਿਕ ਤੌਰ ਤੇ ਹਰ ਇੱਕ ਪਾਰਟੀ ਜਾਂ ਹਰ ਬੰਦਾ ਉਹ ਰਾਜਨੀਤਿਕ ਤੌਰ ਤੇ ਫਾਇਦਾ ਲੈਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਦਾ। ਜੀ ਸ਼ਰਮਾ ਜੀ, ਮਮਤਾ ਬੈਨਰਜੀ ਦੇ ਜ਼ਖਮੀ ਹੋਣ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਬਿਲਕੁਲ, ਬਿਲਗਾ ਸਾਹਿਬ ਨੇ ਦੱਸਿਆ ਕਿ ਉਹ ਕਾਂਗਰਸ ਦੇ ਲੀਡਰ ਸੀ, ਯੂਥ ਕਾਂਗਰਸ ਦੇ ਉਸ ਟਾਈਮ ਤੇ ਉਹ ਪ੍ਰਧਾਨ ਸੀ ਤੇ ਇਸੇ ਵਿਧਾਨ ਸਭਾ ਦੇ ਵਿੱਚ ਉਹ ਕਿਸੇ ਮੁੱਦੇ ਨੂੰ ਲੈ ਕੇ ਗਏ ਸੀ ਤੇ ਉੱਥੇ ਪੁਲਿਸ ਨਾਲ ਉਹਨਾਂ ਦੀ ਧੱਕਾ ਮੁੱਕੀ ਹੋਈ ਸੀ। ਬੀਇੰਗ ਏ ਲੇਡੀ ਉਹਨਾਂ ਦੇ ਕੱਪੜੇ ਵੀ ਉਸ ਟਾਈਮ ਤੇ ਕੁਝ ਫਟ ਗਏ ਸੀ ਤੇ ਉਹਨਾਂ ਨੇ ਇਸ ਗੱਲ ਦੀ ਕਸਮ ਉਠਾਈ ਸੀ ਕਿ ਮੈਂ ਜਿਹੜੀ ਇਹ ਖੱਬੇ ਪੱਖੀ ਸਰਕਾਰ ਆ ਇਹਨੂੰ ਸੂਬੇ ਦੇ ਵਿੱਚੋਂ ਬਾਹਰ ਕੱਢ ਕੇ ਹੀ ਸਾਹ ਲਵਾਂਗੀ। ਤੇ ਸਵਲੀਨ ਜੀ ਐਡੀ ਤਾਕਤਵਰ ਉਹਨਾਂ ਨੇ ਇੱਕ ਮੁਹਿੰਮ ਬਣਾਈ ਸੀ ਆਪਣੀ ਪਾਰਟੀ ਬਣਾ ਕੇ ਤੇ ਸੂਬੇ ਦੇ ਵਿੱਚੋਂ ਵਾਕਿਆ ਹੀ ਉਹਨਾਂ ਨੇ ਵਾਮਪੰਥੀ ਸਰਕਾਰ ਨੂੰ ਬਾਹਰ ਕੱਢ ਦਿੱਤਾ ਸੀ। ਜਦੋਂ ਅਸੀਂ ਕਾਮਰੇਡ ਸਰਕਾਰ ਦੀ ਗੱਲ ਕਰੀਏ ਤੇ 5-6 ਵਾਰ ਲਗਾਤਾਰ ਜੋਤੀ ਬਾਸੂ ਉੱਥੇ ਮੁੱਖ ਮੰਤਰੀ ਰਹੇ ਸੀ। ਸ਼ਰਮਾ ਜੀ ਮਾਫ ਕਰਨਾ, ਅਸੀਂ ਵਾਪਸ ਆ ਕੇ ਮਮਤਾ ਬੈਨਰਜੀ ਦੇ ਮੁੱਦੇ ਤੇ ਇਸੇ ਤਰ੍ਹਾਂ ਗੱਲਬਾਤ ਕਰਦੇ ਹਾਂ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਸੀਂ ਗੱਲ ਕਰ ਰਹੇ ਸੀ ਮਮਤਾ ਬੈਨਰਜੀ ਦੇ ਜ਼ਖਮੀ ਹੋਣ ਦੀ। ਹਰ ਕੋਈ ਉਸ ਮੁੱਦੇ ਨੂੰ ਲੈ ਕੇ ਆਪਣੀ ਡਫਲੀ ਤੇ ਆਪਣਾ ਰਾਗ ਵਜਾ ਰਿਹਾ। ਤੁਸੀਂ ਵੀ ਵਜਾਓ ਆਪਣੀ ਡਫਲੀ। ਬਿਲਕੁਲ ਠੀਕ ਹੈ ਜੀ, ਚੋਣਾਂ ਦਾ ਮੌਸਮ ਆ ਤੇ ਜਿਸ ਸਟੇਟ ਦੇ ਵਿੱਚ ਚੋਣਾਂ ਹੋ ਰਹੀਆਂ ਉੱਥੇ ਦੀ ਡਫਲੀ ਪੋਲੀਟੀਕਲ ਪ੍ਰੋਗਰਾਮ ਦੇ ਵਿੱਚ ਜਦੋਂ ਅਸੀਂ ਚਰਚਾ ਕਰਦੇ ਹਾਂ ਤੇ ਉਹੀ ਡਫਲੀ ਵੱਜੇਗੀ। ਡਫਲੀ ਅਸੀਂ ਇਸ ਗੱਲ ਦੀ ਕਰਦੇ ਸੀਗੇ ਕਿ ਮਮਤਾ ਬੈਨਰਜੀ ਇੱਕ ਗਰਾਊਂਡ ਨਾਲ ਜੁੜੀ ਹੋਈ ਨੇਤਾ ਰਹੀ ਆ ਬਹੁਤ ਲੰਬੇ ਸਮੇਂ ਤੱਕ। ਜਦੋਂ ਅਸੀਂ ਭਾਰਤ ਦੀ ਅੱਜ ਦੀ ਰਾਜਨੀਤੀ ਨੂੰ ਦੇਖੀਏ, ਜਦੋਂ ਤੋਂ ਬੀਜੇਪੀ ਸੱਤਾ ਦੇ ਵਿੱਚ ਆਈ ਆ ਤਾਂ ਇਹਨਾਂ ਦਾ ਸਭ ਤੋਂ ਵੱਡਾ ਨਿਸ਼ਾਨਾ ਜਿਹੜਾ ਰਹੀਆਂ ਆ ਉਹ ਖੇਤਰੀ ਪਾਰਟੀਆਂ ਰਹੀਆਂ ਜੀ। ਵੀ ਚਾਹੇ ਉਹ ਪੰਜਾਬ ਦੀਆਂ ਪਾਰਟੀਆਂ ਸੀ, ਉਹਨਾਂ ਨੂੰ ਵੀ ਇਹਨਾਂ ਨੇ ਹਲੂਣਿਆ, ਉਹਦੇ ਬਾਰੇ ਅਸੀਂ ਬਹੁਤ ਵਾਰ ਦੇਖਿਆ। ਹਰਿਆਣੇ ਦੀਆਂ ਖੇਤਰੀ ਪਾਰਟੀਆਂ ਦਾ ਕੀ ਹਾਲ ਹੋਇਆ ਜੀ। ਹੋਰ ਛੋਟੇ ਬਹੁਤ ਸਾਰੇ ਸਟੇਟ ਆ ਜਿੱਥੇ ਜਿਹੜੀਆਂ ਖੇਤਰੀ ਪਾਰਟੀਆਂ ਸੀਗੀਆਂ ਉਹਨਾਂ ਦਾ ਬਹੁਤ ਹੀ ਖਰਾਬ ਹਾਲਾਤ ਹੋ ਗਏ ਬੀਜੇਪੀ ਦੀ ਰਾਜਨੀਤੀ ਸਿਆਸਤ ਕਰਕੇ। ਯੂਪੀ ਦੇ ਵਿੱਚ ਵੀ ਚਾਹੇ ਉਹ ਸਮਾਜਵਾਦੀ ਪਾਰਟੀ ਸੀ, ਚਾਹੇ ਉਹ ਬਹੁਜਨ ਸਮਾਜ ਪਾਰਟੀ ਹੈ। ਪਰ ਇੱਕ ਹੀ ਬਹੁਤ ਵੱਡਾ ਚਿਹਰਾ ਜਿਹੜਾ ਬਹੁਤ ਲੰਬੇ ਸਮੇਂ ਤੋਂ ਬੀਜੇਪੀ ਦੇ ਸਾਹਮਣੇ ਖੜਾ ਆ ਉਹ ਮਮਤਾ ਬੈਨਰਜੀ ਹੀ ਹੈ। ਭਾਵੇਂ ਆਪਾਂ ਕੇਜਰੀਵਾਲ ਦਾ ਨਾਮ ਵੀ ਲੈ ਸਕਦੇ ਹਾਂ, ਪਰ ਫਿਰ ਵੀ ਉਹਨਾਂ ਦਾ ਜਿਹੜਾ ਕੱਦ ਆ ਉਹ ਓਡਾ ਨਹੀਂ ਹੈਗਾ ਕਿਉਂਕਿ ਉਹ ਸੋਵਰਨ ਸਟੇਟ ਨਹੀਂ ਹੈਗੀ, ਛੋਟਾ ਰਾਜ ਆ। ਤੇ ਬੀਜੇਪੀ ਦੀ ਜੇ ਅਸੀਂ ਬੰਗਾਲ ਦੀ ਹਾਲਾਤਾਂ ਦੀ ਗੱਲ ਕਰੀਏ ਤੇ ਪਿਛਲੀ ਵਾਰ ਵਿੱਚ ਉਹਨਾਂ ਨੂੰ ਪਹਿਲੀ ਵਾਰ 3 ਸੀਟਾਂ ਮਿਲੀਆਂ ਸੀ। ਉਸ ਤੋਂ ਪਹਿਲਾਂ ਬੀਜੇਪੀ ਨੂੰ ਕਦੇ ਉੱਥੇ ਵੋਟ ਵੀ ਨਹੀਂ ਸੀ ਪੈਂਦੀ ਕਿਉਂਕਿ ਕਮਿਊਨਿਸਟ ਸਟੇਟ ਸੀ ਤੇ ਉੱਥੇ ਬੀਜੇਪੀ ਦਾ ਜਿਹੜਾ ਸੀਗਾ ਉਹ ਦਾਲ ਬਿਲਕੁਲ ਨਹੀਂ ਸੀ ਗਲਦੀ। ਇਸੇ ਤਰੀਕੇ ਦਾ ਹਾਲਾਤ ਅਸਾਮ ਦੇ ਵੀ ਸੀ, ਕੇਰਲਾ ਦੇ ਵੀ ਸੀ ਤੇ ਤਾਮਿਲਨਾਡੂ ਦੇ ਵੀ ਹੈ ਤੇ ਬਹੁਤਿਆਂ ਦੇ ਹੁਣ ਵੀ ਇੱਦਾਂ ਹੀ ਆ। ਕੇਰਲਾ ਦੇ ਵਿੱਚ ਵੀ ਇਹਨਾਂ ਕੋਲ ਕੁਝ ਨਹੀਂ ਹੈ, ਤਾਮਿਲਨਾਡੂ 'ਚ ਵੀ ਬਹੁਤ
ਮਾੜੀ ਸਥਿਤੀ ਆ। ਪਰ ਅਸਾਮ ਦੇ ਵਿੱਚ ਇਹਨਾਂ ਨੇ ਪਿਛਲੀ ਵਾਰ ਸਰਕਾਰ ਬਣਾ ਲਈ ਸੀ ਕਿਉਂਕਿ ਉੱਥੇ ਬਹੁਤ ਲੰਬੇ ਸਮੇਂ ਤੋਂ ਇਹ ਮਿਹਨਤ ਕਰ ਰਹੇ ਸੀ। ਇਸੇ ਤਰੀਕੇ ਨਾਲ ਬੀਜੇਪੀ ਬੜੇ ਲੰਬੇ ਸਮੇਂ ਤੋਂ ਬੰਗਾਲ ਦੇ ਵਿੱਚ ਲੱਗੀ ਹੋਈ ਸੀ ਤੇ ਹੁਣ ਉੱਥੇ ਇਹਨਾਂ ਨੇ ਹਾਲਾਤ ਇਹ ਬਣਾ ਲਏ ਹੋਏ ਆ ਕਿ ਮਿਸ਼ਨ ਕਮਲ ਜਿਹੜਾ ਆ ਉਹ ਉਹਨਾਂ ਨੂੰ ਪੂਰਾ ਹੁੰਦਾ ਨਜ਼ਰ ਆਉਂਦਾ। ਪਰ ਜਿਹੜੀ ਬੰਗਾਲ ਦੀ ਲੀਡਰ ਆ ਉਹਨੇ ਵੀ ਬਹੁਤ ਉੱਥੇ ਮਿਹਨਤ ਕੀਤੀ ਹੋਈ ਆ। ਪਿਛਲੇ ਪ੍ਰੋਗਰਾਮਾਂ 'ਚ ਅਸੀਂ ਗੱਲ ਕੀਤੀ ਆ, ਅਖਬਾਰਾਂ ਦੀਆਂ ਸੁਰਖੀਆਂ ਜਿੱਦਣ ਦੀ ਅਨਾਉਂਸਮੈਂਟ ਹੋਈ ਆ ਚੋਣਾਂ ਦੀ ਉਹ ਤੋਂ 2 ਮਹੀਨੇ ਪਹਿਲਾਂ ਤੋਂ ਬੰਗਾਲ ਹੋ ਰਹੀ ਆ। ਕਦੀ ਇੱਕ ਐਮਐਲਏ ਛੱਡ ਕੇ ਚਲਾ ਗਿਆ, ਕਦੀ ਦੂਜਾ ਛੱਡ ਕੇ ਚਲਾ ਗਿਆ, ਕਦੀ ਕੋਈ ਐਮਪੀ ਛੱਡ ਕੇ ਚਲਾ ਗਿਆ, ਕਦੀ ਦੰਗੇ ਹੋ ਗਏ, ਕਦੀ ਬੰਬ ਫਟ ਗਿਆ, ਕਦੀ ਕੁਛ ਹੋ ਗਿਆ। ਹੁਣ ਜਿਹੜੀ ਤਾਜ਼ਾ ਘਟਨਾ ਆ ਉਹ ਮਮਤਾ ਬੈਨਰਜੀ ਨਾਲ ਹੋਈ ਆ। ਉਹਦੇ ਜਿੱਦਾਂ ਬਿਲਗਾ ਜੀ ਨੇ ਦੱਸਿਆ ਕਿ ਉਹਦੇ ਸਿੱਟੇ ਕੀ ਹੋਣਗੇ, ਉਹਦੀ ਅਸਲੀਅਤ ਕੀ ਹੋਊਗੀ ਉਹ ਤਾਂ ਬਾਅਦ ਦੀ ਗੱਲ ਆ, ਪਰ ਰਾਜਨੀਤੀ ਉੱਥੇ ਜ਼ਰੂਰ ਭਰੂਗਾ। ਤੇ ਪਿਛਲੀ ਵਾਰ 3 ਸੀਟਾਂ ਲੈਣ ਵਾਲੀ ਬੀਜੇਪੀ ਉੱਥੇ ਹੁਣ ਸੀਐਮ ਦੀ ਕੁਰਸੀ ਦੀ ਚਾਹਵਾਨ ਆ। ਪਰ ਲੋਕ ਫੈਸਲਾ ਜਿਹੜਾ ਆ ਉਹ ਅਸਲ ਦੇ ਵਿੱਚ ਲੋਕਾਂ ਨੇ ਦੇਣਾ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਈਵੀਐਮ ਦੀਆਂ ਗੱਲਾਂ ਵੀ ਹੁੰਦੀਆਂ ਤੇ ਰਿਜ਼ਲਟ ਜਿਹੜੇ ਆ 2 ਮਈ ਨੂੰ ਆਉਣੇ ਆ। ਇੱਕ ਹੋਰ ਗੱਲ ਸਵਲੀਨ ਜੀ ਜਿਹੜੀ ਹੈਗੀ ਆ, ਬੀਜੇਪੀ ਚਾਹੇ ਉਹਦੇ 'ਚ ਬੀਜੇਪੀ ਦਾ ਹੱਥ ਹੋਵੇ ਚਾਹੇ ਚੋਣ ਕਮਿਸ਼ਨ ਦਾ ਹੱਥ ਹੋਵੇ, ਮੈਨੂੰ ਨਹੀਂ ਪਤਾ। ਤਾਮਿਲਨਾਡੂ ਬਹੁਤ ਵੱਡੀ ਸਟੇਟ ਆ, ਉੱਥੇ ਸਾਰੀ ਸਟੇਟ ਦੇ ਵਿੱਚ ਚੋਣਾਂ ਇੱਕੋ ਦੌਰ 'ਚ ਹੋ ਰਹੀਆਂ। ਬੰਗਾਲ ਇੰਨੀ ਵੱਡੀ ਸਟੇਟ ਨਹੀਂ ਹੈਗੀ, ਹੋ ਸਕਦਾ ਏਰੀਆ ਦੇ ਵਿੱਚ ਥੋੜਾ ਬਹੁਤਾ ਹੀ ਫਰਕ ਹੋਵੇ, ਪਰ ਉੱਥੇ ਜਿਹੜੀਆਂ ਚੋਣਾਂ ਆ ਉਹ 8 ਫੇਜ਼ 'ਚ ਕਰਾਈਆਂ ਜਾ ਰਹੀਆਂ ਤੇ ਹਿੰਸਾ ਦਾ ਜੋ ਦੌਰ ਅਸੀਂ ਇੱਥੇ ਦੇਖਿਆ ਆ ਉਹਦੇ ਲਈ ਇਹ ਜਿਹੜੀਆਂ ਪਾਰਟੀਆਂ ਆ ਇਹ ਜ਼ਿੰਮੇਵਾਰ ਆ, ਕੋਈ ਆਮ ਲੋਕ ਤੇ ਹਿੰਸਾ ਕਰਦੇ ਨਹੀਂ। ਤਾਂ ਚੋਣਾਂ ਦਾ ਜਿਹੜਾ ਇਹ ਦੌਰ ਆ ਇਹਦੀ ਡਫਲੀ ਕਾਫੀ ਦੇਰ ਤੱਕ ਵੱਜੂਗੀ। 2 ਮਈ ਤੱਕ ਤਾਂ ਘੱਟ ਤੋਂ ਘੱਟ ਸਾਨੂੰ ਦੇਖਣਾ ਹੀ ਪਊਗਾ ਕਿ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਜੀ ਸ਼ਰਮਾ ਜੀ, ਕੇਰਲ ਦੇ ਵਿੱਚ ਕਾਂਗਰਸ ਦੇ ਪੀਸੀ ਚਾਕੋ ਨੇ ਅਸਤੀਫਾ ਦੇ ਦਿੱਤਾ ਆ ਤੇ ਕੀ ਆ ਪੂਰਾ ਮਾਮਲਾ, ਵਿਸਥਾਰ 'ਚ ਜਾਣਨਾ ਚਾਹਾਂਗੇ ਤੁਹਾਡੇ ਤੋਂ। ਜੀ ਹੁਣ ਅਸੀਂ ਕੇਰਲ ਦੀ ਗੱਲ ਕਰਦੇ ਹਾਂ ਤੇ ਉੱਥੇ ਵੀ ਇਲੈਕਸ਼ਨ ਨੇ। ਕਮਿਊਨਿਸਟ ਪਾਰਟੀ ਉੱਥੇ ਇਲੈਕਸ਼ਨ ਲੜਦੀ ਆ, ਪਾਰਟੀ ਦੇ ਵਿੱਚ ਸੱਤਾ ਦੇ ਵਿੱਚ ਆ। ਕੇਰਲ ਇੱਕ ਬਹੁਤ ਸੂਬਾਈ ਛੋਟਾ ਤੇ ਦੂਜੇ ਪਾਸੇ ਦੇ ਹਿੰਦੁਸਤਾਨ ਦੇ ਥੱਲੇ ਵਾਲੇ ਪਾਸੇ ਦਾ ਸਟੇਟ ਆ। ਪੜ੍ਹਿਆ ਲਿਖਿਆ ਰਾਜ ਮੰਨਿਆ ਜਾਂਦਾ ਉਹਨੂੰ। ਉੱਥੇ ਵੀ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਜਾਂ ਸੀਪੀਆਈ ਜਿਹੜੀ ਕਮਿਊਨਿਸਟ ਪਾਰਟੀ ਆ ਉੱਥੇ ਦੀ, ਉਹਨਾਂ ਦਾ ਹੀ ਉੱਥੇ ਚੱਲਦੀ ਆ ਸੱਤਾ। ਬੀਜੇਪੀ ਉੱਥੇ ਵੀ ਬਹੁਤ ਲੰਬੇ ਸਮੇਂ ਤੋਂ ਯਤਨਸ਼ੀਲ ਆ ਕਿ ਅਸੀਂ ਥੱਲੇ ਤੱਕ ਵੀ ਆਪਣੇ ਜਿਹੜਾ ਕਮਲ ਆ ਉਹਨੂੰ ਭਾਰਤ ਦੇ ਦੂਜੇ ਧਿਰ ਤੱਕ ਵੀ, ਦੱਖਣੀ ਧਿਰ ਤੱਕ ਵੀ ਲੈ ਜਾਈਏ, ਬਿਲਕੁਲ ਸਮੁੰਦਰ ਦੇ ਨਾਲ ਲੱਗਦਾ ਹੋਇਆ ਸੂਬਾ। ਪਰ ਉੱਥੇ ਬੀਤੇ ਦਿਨੀ ਜਿਹੜੀ ਉਹਨਾਂ ਦੀ ਪਾਰਟੀ ਜਿਹੜੀ ਸੱਤਾ 'ਚ ਆ, ਉਹਨਾਂ ਨੇ ਇਹ ਐਲਾਨ ਕੀਤਾ, ਉਹ ਬੜੀ ਮਜ਼ੇਦਾਰ ਗੱਲ ਆ। ਉਹਨਾਂ ਨੇ ਕਿਹਾ ਜੀ ਕਿ ਜਿਹੜਾ ਵੀ ਬੰਦਾ 2 ਵਾਰ ਤੋਂ ਲਗਾਤਾਰ ਐਮਐਲਏ ਬਣ ਚੁੱਕਾ ਹੈ ਉਹਨੂੰ ਅਸੀਂ ਟਿਕਟ ਨਹੀਂ ਦੇਣੀ। ਮਤਲਬ ਕਿ ਫੋਰਨ ਵਾਲੀਆਂ ਜਿਹੜੀਆਂ ਪਾਲਿਸੀਆਂ ਉਹਨਾਂ ਨੇ ਉਹਦੀ ਗੱਲ ਕੀਤੀ ਆ ਕਿ ਰਾਜਨੀਤੀ ਦੇ ਵਿੱਚ ਅਸੀਂ ਨਵੇਂ ਬੰਦੇ ਲੈ ਕੇ ਆਉਣ ਲਈ ਤੇ ਇਹ ਰਾਜਨੀਤੀ ਨੂੰ ਪਰਿਵਾਰਵਾਦ ਜਾਂ ਇੱਕ ਵਿਅਕਤੀਵਾਦ ਤੋਂ ਤੋੜਨ ਲਈ ਉਹਨਾਂ ਨੇ ਇਸ ਗੱਲ ਤੇ ਮਨਾ ਕੀਤੀ ਆ ਕਿ ਟਿਕਟ ਜਿਹੜੀ ਆ ਉਹ ਸਿਰਫ ਔਰ ਸਿਰਫ ਨਵੇਂ ਬੰਦਿਆਂ ਨੂੰ ਦੇਵਾਂਗੇ। ਦੂਜੀ ਵਾਰ ਤੋਂ ਜਿਹੜਾ ਲਗਾਤਾਰ ਵਿਧਾਇਕ ਬਣੂਗਾ ਉਹਨੂੰ ਅਗਲੀ ਵਾਰ ਟਿਕਟ ਨਹੀਂ ਦੇਵਾਂਗੇ। ਤੇ ਹੈਰਾਨੀ ਦੀ ਗੱਲ ਆ ਕਿ ਉੱਥੇ ਜਿਹੜੇ ਸੀਐਮ ਸਾਹਿਬ ਨੇ ਉਹ ਵੀ ਅਗਲੀ ਵਾਰ ਟਿਕਟ ਲੈਣ ਦੇ ਵਿੱਚ ਜਿਹੜੀ ਲਾਈਨ ਆ ਉਹਦੇ ਵਿੱਚ ਨਹੀਂ ਹੋਣਗੇ। ਉੱਥੇ ਪੀਸੀ ਚਾਕੋ ਕਾਂਗਰਸ ਦੇ ਵੱਡੇ ਲੀਡਰ ਰਹੇ ਆ, ਐਮਪੀ ਵੀ ਰਹੇ ਆ ਤੇ ਮੁੱਢਲੀ ਕਤਾਰ ਦੇ ਭਾਰਤ ਦੇ ਕਾਂਗਰਸ ਦੇ ਲੀਡਰਾਂ 'ਚੋਂ ਸ਼ਾਮਲ ਨੇ। ਉਹਨਾਂ ਨੇ ਅਸਤੀਫਾ ਦਿੱਤਾ ਆ। ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਆ ਉੱਥੇ ਕੇਰਲ ਦੇ ਵਿੱਚ ਉਹ ਬਹੁਤ ਖਸਤਾ ਹਾਲਾਤਾਂ 'ਚ ਆ, ਆਪਸੀ ਧੜੇਬੰਦੀ ਤੇ ਗੁੱਟਬੰਦੀ ਬਹੁਤ ਜ਼ਿਆਦਾ ਆ, ਇਸ ਕਰਕੇ ਮੈਂ ਇਸ ਪਾਰਟੀ ਦੀ ਸਦੱਸਤਾ ਤੋਂ ਅਸਤੀਫਾ ਦੇਣਾ। ਕੁਝ ਗੱਲਾਂ ਉਹਨਾਂ ਨੇ ਹੋਰ ਵੀ ਕੀਤੀਆਂ, ਪਰ ਉਹਦੇ ਨਾਲ ਨਾਲ ਜੇ ਅਸੀਂ ਗੱਲ ਕਰੀਏ, ਕਮਿਊਨਿਸਟ ਉੱਥੇ ਇੱਕ ਚੰਗੀ ਮਿਸਾਲ ਪੇਸ਼ ਕਰ ਰਹੇ ਆ ਕਿ ਅਸੀਂ ਨਵੇਂ ਤਰੀਕੇ ਦੀ ਰਾਜਨੀਤੀ ਕਰਾਂਗੇ, ਇੱਕ ਹੀ ਵਿਅਕਤੀ ਨੂੰ ਦੁਬਾਰਾ ਨਹੀਂ ਲੈ ਕੇ ਆਵਾਂਗੇ। ਕਾਂਗਰਸ ਦੇ ਜਿਹੜੇ ਵੱਡੇ ਲੀਡਰ ਆ ਉਹ ਉੱਥੋਂ ਅਸਤੀਫਾ ਦੇ ਰਹੇ ਆ ਤੇ ਬੀਜੇਪੀ ਨੇ ਉੱਥੇ ਬਹੁਤ ਹੀ ਤਜਰਬੇਕਾਰ ਇੱਕ ਸਾਡੇ ਇੰਜੀਨੀਅਰ ਆ ਭਾਰਤ ਦੇ ਸ਼੍ਰੀਧਰਨ, ਉਹਨਾਂ ਨੂੰ ਉੱਥੇ ਮੁੱਖ ਮੰਤਰੀ ਦਾ ਚਿਹਰਾ ਲੈ ਕੇ ਆਂਦਾ। ਸੋ ਜਿਹੜੇ ਕੇਰਲ ਦੇ ਸਮੀਕਰਨ ਆ ਉਹ ਵੀ ਉੱਥੇ ਹੁਣ ਕੁਝ ਨਵਾਂ ਰੰਗ ਦਿਖਾਉਣਗੇ ਆਉਣ ਵਾਲੇ ਦਿਨਾਂ। ਬਿਲਕਾ ਜੀ, ਪੀਸੀ ਚਾਕੋ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪੀਸੀ ਚਾਕੋ ਬਾਰੇ ਜਿਸ ਤਰ੍ਹਾਂ ਵਿਸਤਾਰ ਦੇ ਨਾਲ ਸ਼ਰਮਾ ਜੀ ਨੇ ਦੱਸਿਆ ਆ ਤੇ ਗਰਾਊਂਡ ਤੇ ਕੇਰਲਾ ਦੇ ਵਿੱਚ ਇਸ ਵੇਲੇ ਪੋਲੀਟੀਕਲ ਉੱਠੋ ਪਟਕ ਕਿੱਦਾਂ ਦੀ ਉਹਦੇ ਬਾਰੇ ਵੀ ਦੱਸਿਆ। ਪਰ ਜਿਹੜਾ ਜਾਂਦੇ ਜਾਂਦੇ ਪੀਸੀ ਚਾਕੋ ਸਾਹਿਬ ਨੇ ਬਿਆਨ ਦਿੱਤਾ ਆ ਕਿ ਰਾਹੁਲ ਗਾਂਧੀ ਦਾ ਨੇਤਰਤਵ ਜਿਹੜਾ ਆ ਉਹਦੇ ਤੇ ਇੱਕ ਸਵਾਲ ਖੜਾ ਕਰ ਗਿਆ। ਉਹਨਾਂ ਦਾ ਬਿਆਨ ਸੀ ਕਿ ਰਾਹੁਲ ਗਾਂਧੀ ਪਿੱਛੇ ਬੈਠ ਕੇ, ਬੈਕ ਸੀਟ ਤੇ ਬੈਠ ਕੇ ਰਾਜਨੀਤੀ ਨੂੰ ਚਲਾਉਣਾ ਚਾਹੁੰਦੇ ਆ। ਇਹ ਇੱਕ ਕਾਂਗਰਸ ਦੇ ਲਈ ਬਹੁਤ ਵੱਡੀ ਗੱਲ ਆ ਬਈ ਥੋੜ੍ਹੇ ਦਿਨ ਪਹਿਲਾਂ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਗੁਲਾਮ ਨਬੀ ਆਜ਼ਾਦ ਦੇ ਉੱਥੇ ਇਕੱਠ ਹੁੰਦਾ ਲੀਡਰਾਂ ਦਾ G23, ਬੀਜੇਪੀ ਨੇ ਉਹਨਾਂ ਨੂੰ ਕਿਹਾ ਕਿ ਬਹੁਤ ਲੀਡਰਾਂ ਦਾ ਇਸ ਵੇਲੇ ਰਾਹੁਲ ਗਾਂਧੀ ਦੀ ਨੇਤਰਤਵ 'ਤੇ ਜਿਹੜਾ ਸਵਾਲ ਉੱਠਿਆ ਆ, ਉਹ ਸਵਾਲ ਨੇ ਕਿਤੇ ਨਾ ਕਿਤੇ ਕਾਂਗਰਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਦੁਬਿਧਾ ਦੇ ਵਿੱਚ ਪਾਇਆ ਹੋਇਆ। ਇਹ ਵੱਖ-ਵੱਖ ਕਾਂਗਰਸ ਦੇ ਲੀਡਰਾਂ ਦਾ, ਚਾਹੇ ਪੱਛਮੀ ਬੰਗਾਲ ਆ, ਚਾਹੇ ਕੇਰਲ ਆ, ਚਾਹੇ ਅਸਮ ਆ, ਚਾਹੇ ਦੇਸ਼ ਦੇ ਹੋਰ ਹਿੱਸੇ ਆ, ਹੁਣ ਤੱਕ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ ਤੋਂ ਆਪਣਾ ਵਿਰੋਧਤਾ ਜਤਾਉਂਦੀ ਆ ਰਹੀ ਆ। ਇਹ ਭਾਰਤ ਦੀ ਰਾਜਨੀਤੀ ਦੇ ਵਿੱਚ ਵਿਰੋਧੀ ਧਿਰ ਕਮਜ਼ੋਰ ਇੰਨੀ ਹੋਣੀ
ਉਹਦੇ ਲਈ ਵੀ ਇੱਕ ਦੁਖਦਾਈ ਗੱਲ ਆ, ਕਿਉਂਕਿ ਜਿੰਨਾ ਚਿਰ ਵਿਰੋਧੀ ਧਿਰ ਜਿਹੜੀ ਆ ਭਾਰਤ ਦੀ ਰਾਜਨੀਤੀ ਦੇ ਵਿੱਚ ਸਟਰੋਂਗ ਨਹੀਂ ਹੋਊਗੀ ਤੇ ਤਾਕਤਵਰ ਨਹੀਂ ਹੋਊਗੀ, ਤੇ ਕਿਤੇ ਨਾ ਕਿਤੇ ਸੱਤਾ ਜਿਹੜੀ ਆ ਉਹ ਫਿਰ ਲੋਕਾਂ ਦੀਆਂ ਮੰਗਾਂ ਦੇ ਨਾਲ, ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਉਹ ਉਹਨਾਂ ਨੂੰ ਕੁਚਲ ਕੇ ਅੱਗੇ ਚੱਲਦੀ ਜਾਊਗੀ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਸ ਵੇਲੇ ਮੋਦੀ ਸਰਕਾਰ ਕੋਈ ਵੀ ਫੈਸਲਾ ਲੈਣ ਨੂੰ, ਜੰਮੂ ਕਸ਼ਮੀਰ ਤੋਂ ਲੈ ਕੇ ਕਿਸਾਨੀ ਅੰਦੋਲਨ ਤੱਕ ਦੇ ਫੈਸਲੇ ਆਪਾਂ ਦੇਖ ਲਈਏ, ਤੇ ਉੱਥੇ ਜਿਹੜਾ ਬੀਜੇਪੀ ਨੇ ਇਸੇ ਕਰਕੇ ਵਿਰੋਧੀ ਧਿਰ ਕਮਜ਼ੋਰ ਹੋਣ ਕਰਕੇ ਹੀ ਇੰਨੇ ਸਖਤ ਫੈਸਲੇ ਲਏ ਆ, ਜਿਹਦੇ ਵਿੱਚ ਲੋਕਾਂ ਦੇ ਹਿੱਤਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਗਈ। ਇਹ ਪੀਸੀ ਚਾਕੋ ਦਾ ਅਸਤੀਫਾ ਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਲੀਡਰਾਂ ਵੱਲੋਂ ਜਿਸ ਤਰ੍ਹਾਂ ਰਾਹੁਲ ਗਾਂਧੀ ਦੇ ਨੇਤਰਤਵ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਆ, ਉਹਦੇ ਲਈ ਜਿਹੜੀ ਬੀਜੇਪੀ ਦਾ ਲੰਬਾ ਸਮਾਂ ਰਾਜ ਕਰਨ ਦੀ ਗੱਲਬਾਤ ਚੱਲ ਰਹੀ ਆ, ਉਹ ਲੱਗਦਾ ਹੈ ਕਿ ਬੀਜੇਪੀ ਅੰਦਰੋਂ ਅੰਦਰੀ ਆਪਣੇ ਮਨ ਦੇ ਵਿੱਚ ਉਹਨਾਂ ਦੇ ਲੱਡੂ ਫੁੱਟ ਰਹੇ ਆ। ਤੇ ਕੁਝ ਰਾਜਨੀਤਿਕ ਵਿਸ਼ੇਸ਼ਕਾਂ ਵੱਲੋਂ ਇਹ ਵੀ ਕਹੀ ਗੱਲ ਜਾ ਰਹੀ ਆ ਵੀ ਕਿਤੇ ਨਾ ਕਿਤੇ ਇਹ ਅਸਤੀਫਾ ਦਿਵਾਉਣ ਵਿੱਚ ਵੀ ਬੀਜੇਪੀ ਦਾ ਹੱਥ ਹੋ ਸਕਦਾ, ਚਾਹੇ ਕਿ ਚਾਕੋ ਸਾਹਿਬ ਕਾਫੀ ਲੰਬੀ ਉਮਰ ਆਪਣੀ ਹੰਢਾ ਚੁੱਕੇ ਰਾਜਨੀਤੀ ਦੇ ਵਿੱਚ, ਸ਼ਾਇਦ ਉਹ ਗਾਂ ਬੀਜੇਪੀ 'ਚ ਜਾਂਦੇ ਜਾਂ ਨਹੀਂ ਜਾਂਦੇ, ਇੱਕ ਸਵਾਲ ਖੜਾ ਆ। ਪਰ ਕਿਤੇ ਨਾ ਕਿਤੇ ਜਦੋਂ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਤਾਂ ਬੀਜੇਪੀ ਨੂੰ ਵੀ ਦੇਖਿਆ ਜਾਂਦਾ ਹੈ ਕਿ ਹਰ ਰਾਜ ਵਿੱਚ ਦੂਜੀਆਂ ਪਾਰਟੀਆਂ ਤੋਂ ਜਾਂ ਜਿਹੜੇ ਇਹਨਾਂ ਦੇ ਵਿਰੋਧੀ ਜਿਹੜੇ ਤਕੜੇ ਆ ਉਹਨਾਂ ਵਿੱਚੋਂ ਮੈਂਬਰ ਖਿੱਚਣ ਲਈ ਜਾਂ ਅਸਤੀਫੇ ਦਿਵਾਉਣ ਦੇ ਵਿੱਚ ਬੀਜੇਪੀ ਵੀ ਆਪਣੀ ਜਿਹੜੀ ਆ ਉਹ ਕਿਤੇ ਨਾ ਕਿਤੇ ਕਿਰਦਾਰ ਆਪਣੇ ਵਰਤਦੀ ਰਹੀ ਆ। ਜੀ ਸ਼ਰਮਾ ਜੀ, ਹਰਿਆਣੇ ਦੀ ਗੱਲ ਕਰ ਲਈ, ਉੱਤਰਾਖੰਡ ਦੀ ਕਰ ਲਈ, ਕੇਰਲ ਦੀ ਕਰ ਲਈ, ਬੰਗਾਲ ਦੀ ਕਰ ਲਈ, ਤੇ ਹੁਣ ਜਰਾ ਪੰਜਾਬ ਸੂਬੇ ਵੱਲ ਵੀ ਆਪਣੇ ਵੱਲ ਆਉਨੇ ਆ। ਪੰਜਾਬ ਸਰਕਾਰ ਨੇ 2 ਲੁਕਵੇਂ ਬਿੱਲ ਪਾਸ ਕੀਤੇ ਨੇ ਜਿਹੜੇ ਟੈਕਸ ਵੱਲ ਇਸ਼ਾਰਾ ਕਰ ਰਹੇ ਨੇ, ਜਦਕਿ ਇਹ ਸਰਕਾਰ ਕਹਿ ਰਹੀ ਸੀ ਕਿ ਕੋਈ ਨਵਾਂ ਟੈਕਸ ਅਸੀਂ ਲਾਉਣਾ ਨਹੀਂ ਹੁਣ। ਜੀ, ਜਦੋਂ ਤੁਸੀਂ ਰਾਜਨੀਤੀ 'ਚ ਆ ਜਾਂਦੇ ਆ ਤੇ ਸਰਕਾਰ ਬਣਾ ਲੈਂਦੇ, ਫਿਰ ਤੁਹਾਡੇ ਕੋਲ ਬੜੇ ਤਰੀਕੇ ਨੇ ਜਨਤਾ ਨੂੰ ਦਿਖਾਉਣਾ ਕੁਝ ਹੋ ਰਿਹਾ ਤੇ ਕਰਨਾ ਕੁਝ ਹੋ ਰਿਹਾ। ਬਜਟ ਪਿਛਲੇ ਦਿਨੀ ਪੇਸ਼ ਕੀਤਾ ਗਿਆ ਸੀ ਤੇ ਇਹੀ ਕਿਹਾ ਗਿਆ ਸੀਗਾ ਕਿ ਉਹਦੇ 'ਚ ਕੋਈ ਨਵਾਂ ਟੈਕਸ ਜਿਹੜਾ ਉਹ ਨਹੀਂ ਲਾਇਆ ਜਾਏਗਾ। ਪਰ ਕੱਲ ਜਿਹੜੇ 11 ਬਿੱਲ ਪਾਸ ਕੀਤੇ ਆ ਵਿਧਾਨ ਸਭਾ ਦੇ ਵਿੱਚ, ਉਹਦੇ 'ਚ 2 ਬਿੱਲ ਇਹੋ ਜਿਹੇ ਨੇ ਜਿਹੜੇ ਸਿੱਧੇ ਬਹੁਤ ਵੱਡੇ ਟੈਕਸ ਲਾਉਣ ਜਾ ਰਹੇ ਨੇ। ਉਹਦੇ 'ਚ ਇੱਕ ਤਾਂ ਹੈਗਾ ਤੁਹਾਡਾ ਮੋਟਰ ਵਹੀਕਲ ਐਕਟ ਸੋਧ ਐਕਟ 2021, ਜਿਹਦੇ ਅਧੀਨ ਇਹ ਕਿਹਾ ਗਿਆ ਕਿ ਪੁਰਾਣੀਆਂ ਜਿਹੜੀਆਂ ਗੱਡੀਆਂ ਆ ਉਹਨਾਂ 'ਤੇ ਟੈਕਸ ਜਿਹੜੇ ਉਹ ਵਧਾਏ ਜਾਣਗੇ, ਤੇ ਉਹ ਟੈਕਸ 50,000 ਤੱਕ ਰੱਖਿਆ ਉਹਨਾਂ ਨੇ। ਉਹ ਜਿਹੜੀ ਮੱਦ ਆ, ਕੁਝ ਅਖਬਾਰਾਂ ਨੇ 25,000 ਵੀ ਲਿਖਿਆ ਤੇ ਕੁਝ ਨੇ 50,000 ਵੀ ਲਿਖਿਆ। ਆਉਣ ਵਾਲੇ ਸਮੇਂ 'ਚ ਕਲੀਅਰ ਕਰੂਗੀ ਸਰਕਾਰ ਇਹ ਕਿ ਸੱਚਾਈ ਕੀ ਆ। ਪਰ ਤੁਸੀਂ ਦੇਖੋ ਕਿ ਪੁਰਾਣੀਆਂ ਗੱਡੀਆਂ ਦੇ ਸੰਬੰਧ 'ਚ ਅਸੀਂ ਸੈਂਟਰਲ ਬਜਟ ਦੇ ਵਿੱਚ ਵੀ ਇੱਕ ਕਬਾੜ ਨੀਤੀ ਦੀ ਗੱਲ ਕੀਤੀ ਸੀ ਕਿ ਨੈਸ਼ਨਲ ਸਕ੍ਰੈਪ ਪਾਲਿਸੀ ਜਿਹੜਾ ਇੱਕ ਗਡਕਰੀ ਸਾਹਿਬ ਦਾ ਪ੍ਰੋਜੈਕਟ ਆ, ਉਹਦੇ 'ਚ ਆ ਰਿਹਾ ਕਿ ਜਿਹੜੀਆਂ ਗੱਡੀਆਂ ਆਪਣੀ ਉਮਰ ਪੂਰੀਆਂ ਕਰ ਜਾਣਗੀਆਂ ਉਹਨਾਂ ਨੂੰ ਜੇ ਅਸੀਂ ਪਾਸ ਕਰਾਉਣਾ ਹੋਊਗਾ ਤੇ ਉਹਦੇ ਲਈ ਇੱਕ ਸਰਟੀਫਿਕੇਟ ਲੈਣਾ ਪਊਗਾ ਹਰ ਸਾਲ, ਤੇ ਉਹਦੇ 'ਚ ਵੱਡਾ ਟੈਕਸ ਲੱਗੂਗਾ। ਉਹਦੇ 'ਚ ਵੀ ਉਹਨਾਂ ਨੇ ਸੈਂਟਰ ਤੌਰ 'ਤੇ ਵੀ ਰਾਸ਼ਟਰੀ ਤੌਰ 'ਤੇ ਵੀ ਉਹਨਾਂ ਨੇ ਇੰਨੇ ਵੱਡੇ ਟੈਕਸ ਹੀ ਲਾਏ ਸੀ। ਤੇ ਪੰਜਾਬ ਸਰਕਾਰ ਜੇ ਹੁਣ ਆਪਣੇ ਵੱਖਰੇ ਟੈਕਸ ਲਾ ਦੂਗੀ ਤੇ ਇਹ ਇੱਕ ਜਿਹੜਾ ਵੱਡਾ ਬੋਝ ਆ ਆਮ ਲੋਕਾਂ ਦੇ ਉੱਤੇ, ਮਿਡਲ ਕਲਾਸ ਦੇ ਉੱਤੇ, ਖਾਸ ਕਰਕੇ ਜਿਹੜੇ 2 ਵੀਲਰ ਤੋਂ ਅਪਗ੍ਰੇਡ ਹੋ ਕੇ ਆਪਣੇ ਆਉਣ ਜਾਣ ਦੇ ਸਾਧਨ ਲਈ ਕਾਰ ਨੂੰ ਵਰਤਣਗੇ, ਉਹਨਾਂ ਦੇ ਉੱਤੇ ਇਹ ਇੰਪੋਜ਼ ਹੋਵੇਗਾ। ਤੇ ਪੂਰੇ ਮੁਲਕ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਸਵਲੀਨ ਜੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ। ਇਹੋ ਜਿਹਾ ਹੀ ਇਹਨਾਂ ਨੇ ਇੱਕ ਇਨਫਰਾਸਟ੍ਰਕਚਰ ਡਿਵੈਲਪਮੈਂਟ ਸੋਧ ਬਿੱਲ ਪੇਸ਼ ਕੀਤਾ ਹੈ ਹੋਰ ਮਨਪ੍ਰੀਤ ਬਾਦਲ ਜੀ ਨੇ। ਉਹਦੇ ਵਿੱਚ ਵੀ ਇਹੀ ਪ੍ਰਾਵਧਾਨ ਆ ਜਿਹੜਾ ਉਹਦੇ 'ਚ ਵੀ ਇਸ ਗੱਲ ਦਾ ਰੱਖਿਆ ਗਿਆ ਆ ਨੁਕਤਾ ਕਿ ਸਰਕਾਰ ਜਦੋਂ ਚਾਹੇ ਤੇਲ ਦੇ, ਪੈਟਰੋਲ ਡੀਜ਼ਲ ਤੇ ਜਾਂ ਤੁਹਾਡੀ ਜਿਹੜੀ ਚੱਲ ਸੰਪਤੀ ਆ ਉਹਦੇ 'ਤੇ ਕੁਝ ਨਵੇਂ ਟੈਕਸ ਲਾ ਸਕਦੀ ਆ, ਜਿਹਦੇ ਨਾਲ ਜਦੋਂ ਚਾਹੇ ਸਰਕਾਰ ਉਹ 'ਤੇ ਟੈਕਸ ਲਾ ਸਕਦੀ ਹੈ। ਅਸੀਂ ਪਹਿਲਾਂ ਹੀ ਦੇਖਦੇ ਹਾਂ ਕਿ ਬਹੁਤ ਸਾਰੇ ਮੋਟੇ ਟੈਕਸ ਇਹਨਾਂ ਚੀਜ਼ਾਂ ਦੇ ਉੱਤੇ ਪਹਿਲਾਂ ਹੀ ਲੱਗੇ ਹੋਏ ਨੇ, ਤੇ ਹੁਣ ਸਰਕਾਰ ਇਹਦੇ 'ਤੇ ਡਿਵੈਲਪਮੈਂਟ ਦੇ ਨਾਂ 'ਤੇ ਕੁਝ ਹੋਰ ਟੈਕਸ ਲਾਊਗੀ। ਕਿਹਾ ਇਹੀ ਜਾ ਰਿਹਾ ਕਿ ਉਹ ਜਿਹੜੇ ਪੈਸੇ ਅਸੀਂ ਕਲੈਕਟ ਕਰਾਂਗੇ ਉਹਨੂੰ ਡਿਵੈਲਪਮੈਂਟ 'ਤੇ ਖਰਚਾਂਗੇ, ਪਰ ਅਸੀਂ ਇਹਨਾਂ ਚੀਜ਼ਾਂ ਨੂੰ ਭਲੀ ਭਾਂਤ ਜਾਣਦੇ ਹਾਂ ਕਿ ਕਿੰਨੇ ਕੇ ਪੈਸੇ ਇਕੱਠੇ ਕਰਦੇ ਆ ਤੇ ਕਿੰਨੇ ਕੁ ਫਿਰ ਡਿਵੈਲਪਮੈਂਟ ਦੇ ਨਾਂ 'ਤੇ ਖਰਚੇ ਜਾਂਦੇ ਆ। ਪੈਸੇ ਆਉਂਦੇ ਕਿਸੇ ਹੋਰ ਕੰਮ ਲਈ ਆ ਤੇ ਖਰਚੇ ਕਿਸੇ ਹੋਰ ਕੰਮ ਲਈ ਜਾਂਦੇ ਨੇ। ਉਹਦੇ 'ਚ ਅਸੀਂ ਵਜ਼ੀਫਾ ਸਕੀਮ ਵੀ ਦੇਖੀ ਸੀ ਤੇ ਹੋਰ ਬਹੁਤ ਸਾਰੀਆਂ ਸੈਂਟਰਲ ਸਕੀਮਾਂ ਦਾ ਜ਼ਿਕਰ ਗਾਹੇ ਬਗਾਹੇ ਸਮੇਂ ਅਸੀਂ ਕਰਦੇ ਰਹਿੰਦੇ ਹਾਂ। ਸੋ ਸਰਕਾਰ ਦਾ ਜਿਹੜਾ ਬਜਟ ਪੇਸ਼ ਕਰਨ ਵਾਲੇ ਦਿਨ ਇਹ ਕਹਿ ਦੇਣਾ ਕਿ ਜਿਹੜਾ ਬਜਟ ਆ ਬਿਲਕੁਲ ਟੈਕਸ ਮੁਕਤ ਆ, ਤੇ ਫਿਰ ਦੂਸਰੇ ਤੀਸਰੇ ਦਿਨ ਜਿੱਦਾਂ ਤੁਸੀਂ ਦੱਸਿਆ ਕਿ ਲੁਕਵੇਂ ਤਰੀਕੇ ਨਾਲ, ਬਿਲਕੁਲ ਉਹ ਲੁਕਵਾਂ ਤਰੀਕਾ ਇਸ ਕਰਕੇ ਸੀ ਕਿ ਜਿੰਨੀਆਂ ਵਿਰੋਧੀ ਧਿਰਾਂ ਆ ਉਹ ਜਾਂ ਤਾਂ ਉਹ ਬਾਹਰ ਕੱਢੀਆਂ ਹੋਈਆਂ ਨੇ ਤੇ ਜਾਂ ਉਹ ਵੈਸੇ ਬਾਈਕਾਟ ਦੇ ਤਰੀਕੇ ਦੇ ਨਾਲ ਨੇ। ਆਪ ਬੈਠਦੀ ਨਹੀਂ ਸੰਸਦ 'ਚ ਤੇ ਅਕਾਲੀ ਦਲ ਨੂੰ ਇਹਨਾਂ ਨੇ ਮੁਅੱਤਲ ਕੀਤਾ ਹੋਇਆ, ਤੇ ਜਿਹੜੇ ਆਪਣੇ ਜੋ ਦਿਲ ਕਰਦਾ ਆ ਉਹ ਜਿਹੜੇ ਟੈਕਸ ਆ ਇੰਪੋਜ਼ ਕਰੀ ਜਾਂਦੇ ਤੇ ਬਿੱਲ ਪੇਸ਼ ਕਰੀ ਜਾਂਦੇ ਆ। ਉਹ ਸਾਡੀ ਗੱਲ ਉਸ ਗੱਲ ਨਾਲ ਵੀ ਜੁੜਦੀ ਆ ਕਿ ਲੋਕਤੰਤਰ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਹੈ। ਤੇ ਬਿਲਗਾ ਸਾਹਿਬ ਨੇ ਹੁਣੀ ਪਿਛਲੇ ਸਵਾਲ ਦੇ ਜਵਾਬ 'ਚ ਦੱਸਿਆ ਸੀਗਾ ਕਿ ਕਾਂਗਰਸ ਜਿਹੜੀ ਆ ਵਿਰੋਧੀ ਧਿਰ ਦੇ ਵਿੱਚ ਨਹੀਂ ਹੈਗੀ ਤੇ ਭਾਰਤ ਦਾ ਹਾਲਾਤ ਨੇ ਇਹੋ ਕੁਝ ਹੀ ਪੰਜਾਬ ਸਰਕਾਰ ਕਰ ਰਹੀ ਜੀ। ਪਰ ਸਰਕਾਰਾਂ ਦੀਆਂ ਇਹ ਦੋਗਲੀਆਂ ਤੇ ਲੁਕਵੀਆਂ ਨੀਤੀਆਂ ਦੇ ਨਾਲ ਆਮ ਆਦਮੀ ਦਾ ਜਿਹੜਾ ਆਮ ਇਨਸਾਨ ਸਾਡੇ ਵਰਗਾ ਉਹਦਾ ਦਿਨੋਂ ਦਿਨ ਲੱਕ ਟੁੱਟਦਾ ਜਾ ਰਿਹਾ ਹੈ ਜੀ। ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ।
ਸ਼ਰਮਾ ਜੀ, ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜੀ, ਕੀ ਆ ਪੂਰਾ ਮਾਮਲਾ? ਸਵਲੀਨ ਜੀ, ਜਿਹੜਾ ਵਿਜੀਲੈਂਸ ਬਿਊਰੋ ਆ ਉਹਦਾ ਕੰਮ ਹੀ ਨਿਗਰਾਨ ਕਮਿਸ਼ਨ ਆ, ਤੇ ਉਹਨਾਂ ਨੇ ਇਹ ਦੇਖਣਾ ਹੁੰਦਾ ਵੀ ਕਿਤੇ ਕੋਈ ਬੇਨਿਯਮੀ ਨਾ ਹੋ ਰਹੀ ਹੋਵੇ ਸਰਕਾਰੀ ਸਕੀਮਾਂ 'ਚ ਜਾਂ ਪ੍ਰਾਈਵੇਟ ਸਕੀਮਾਂ 'ਚ, ਕਿਤੇ ਕੋਈ ਗੜਬੜੀ ਨਾ ਹੋ ਰਹੀ ਹੋਵੇ, ਜਿਹੜਾ ਰੁਪਈਆ ਆ ਜਿੱਥੋਂ ਆਇਆ ਤੇ ਜਿੱਥੇ ਜਾਣਾ ਉਹ ਸਹੀ ਰੂਟ ਤੇ ਹੋਵੇ, ਉਹ ਕਿਤੇ ਡੀਟਰੈਕ ਨਾ ਹੋਵੇ। ਪਰ ਅਕਸਰ ਸਾਡੇ ਮੁਲਕ 'ਚ ਇਦਾਂ ਦਾ ਹੁੰਦਾ ਰਹਿੰਦਾ। ਤੇ ਹੁਣ ਜਿਹੜੀ ਤਾਜ਼ਾ ਘਟਨਾ ਆ ਉਹ ਇੱਕ ਸੈਂਟਰ ਸਰਕਾਰ ਵੱਲੋਂ ਸਕੀਮ ਹੈ ਜੀ, ਆਯੁਸ਼ਮਾਨ ਭਾਰਤ ਸਿਹਤ ਯੋਜਨਾ ਜੀ। ਇਹ ਨਾਂ ਹੀ ਬੜਾ ਸੋਹਣਾ ਆ ਤੇ ਬਹੁਤ ਹਿੰਦੀ ਭਾਸ਼ੀ ਬੰਦਿਆਂ ਨੂੰ ਤਾਂ ਸਮਝ ਲੱਗਦੀ ਆ ਆਯੁਸ਼ਮਾਨ ਹੁੰਦਾ ਕੀ ਆ। ਇਹ ਹਿੰਦੀ ਦੇ ਵਿੱਚ ਆਮ ਲੋਕਾਂ ਵੱਲੋਂ ਇੱਕ ਬਜ਼ੁਰਗਾਂ ਵੱਲੋਂ ਦਿੱਤਾ ਜਾਣ ਵਾਲਾ ਆਸ਼ੀਰਵਾਦ ਹੈ ਜੀ। ਆਯੂ ਯਸ਼ਮਾਨ ਭਵ, ਆਯੂ ਯਸ਼ ਤੇ ਮਾਨ, ਤੇਰੀ ਉਮਰ ਵੀ ਵਧੇ, ਤੇਰਾ ਯਸ਼ ਜਿਹੜੀ ਤੇਰੀ ਕੀਰਤੀ ਆ ਉਹ ਵੀ ਵਧੇ, ਤੇਰਾ ਮਾਨ ਸਨਮਾਨ ਵੀ ਵਧੇ, ਇੱਕ ਆਸ਼ੀਰਵਾਦ ਦਿੱਤਾ ਜਾਂਦਾ। ਤੇ ਇੱਥੇ ਭਾਰਤ ਸਰਕਾਰ ਵੱਲੋਂ ਆਪਣੇ ਸਾਰੇ ਨਾਗਰਿਕਾਂ ਨੂੰ, ਜਿਹੜੇ BPL ਫੈਮਲੀਜ਼ ਹੈ, ਉਹਨਾਂ ਨੂੰ ਇਹ ਆਸ਼ੀਰਵਾਦ ਦਿੱਤਾ ਗਿਆ ਕਿ ਤੁਹਾਡੀ ਜਿਹੜੀ ਸਿਹਤ ਆ ਉਹ ਚੰਗੀ ਰਵੇ। ਇਸ ਕੰਮ ਲਈ ਸਰਕਾਰ ਤੁਹਾਡੀ ਜਿਹੜੀ ਆ ਹੈਲਥ ਇੰਸ਼ੋਰੈਂਸ ਕਰਦੀ ਆ। ਕੋਈ ਵੀ ਬੰਦਾ ਆਪਣੀ ਜਿਹੜਾ BPL ਫੈਮਲੀ, ਜਿਹੜੀ ਮਿਡਲ ਕਲਾਸ ਤੋਂ ਥੱਲੇ ਵਾਲੇ ਜਿਹੜੇ ਲੋਕ ਆ, ਜਿਹੜੇ BPL ਕੈਟਾਗਰੀ 'ਚ ਆਉਂਦੇ ਆ, ਉਹਨਾਂ ਲਈ ਇਹ ਜਿਹੜਾ ਕਾਰਡ ਆ ਉਹ ਕਿਸੇ ਵੀ ਸੁਵਿਧਾ ਸੈਂਟਰ ਤੋਂ, CSC ਸੈਂਟਰ ਜਿਹੜੇ ਕਾਮਨ ਸਰਵਿਸ ਸੈਂਟਰ ਭਾਰਤ ਸਰਕਾਰ ਵੱਲੋਂ ਬਣਾਏ ਗਏ ਨੇ, ਜਾਂ ਆਪਣੀਆਂ ਜਿਹੜੀਆਂ ਮਿਊਨਿਸਪਲ ਕਮੇਟੀਜ਼ ਆ ਤੇ ਮਾਰਕੀਟ ਕਮੇਟੀਆਂ, ਇੱਥੋਂ ਜਾ ਕੇ ਉਹ ਆਪਣਾ ਆਧਾਰ ਕਾਰਡ ਦੇ ਕੇ ਤੇ ਇਸ ਕਾਰਡ ਨੂੰ ਬਣਵਾ ਸਕਦਾ। ਤੇ ਜਿਹਦਾ ਕਾਰਡ ਬਣ ਜਾਂਦਾ ਉਹ 1 ਸਾਲ ਲਈ ਉਹ ਭਾਰਤ ਦੇ ਬਹੁਤ ਸਾਰੇ ਹਸਪਤਾਲਾਂ 'ਚੋਂ, ਸਰਕਾਰੀ ਸਾਰਿਆਂ 'ਚੋਂ ਹੀ ਤੇ ਬਹੁਤ ਸਾਰੇ ਪ੍ਰਾਈਵੇਟ ਤੋਂ ਵੀ, ਸਾਲ ਦੇ ਵਿੱਚ ਉਹ 5 ਲੱਖ ਤੱਕ ਦਾ ਇਲਾਜ ਮੁਫਤ ਕਰਵਾ ਸਕਦਾ। ਇਹ ਜਿਹੜੀ ਮੇਨ ਰੂਪ ਦੇ ਵਿੱਚ ਮੁੱਖ ਤੌਰ ਤੇ ਇਹ ਯੋਜਨਾ ਆ। ਬੰਗਾਲ ਨੇ ਇਹ ਯੋਜਨਾ ਨੂੰ ਲਾਗੂ ਨਹੀਂ ਕੀਤਾ ਸੀ। ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਨਹੀਂ ਪਸੰਦ, ਕਿਉਂਕਿ ਦੀਦੀ ਦਾ ਸੈਂਟਰ ਸਰਕਾਰ ਨਾਲ ਇੱਟ ਖੜਕਾ ਚੱਲਦਾ ਸੀ ਤੇ ਉਹਨਾਂ ਨੇ ਇਸ ਯੋਜਨਾ ਨੂੰ ਨਹੀਂ ਮੰਨਿਆ ਸੀ। ਪੰਜਾਬ ਨੇ ਥੋੜ੍ਹੀ ਦੇਰ ਬਾਅਦ ਮੰਨਿਆ ਸੀ, ਪਰ ਪੰਜਾਬ ਸਰਕਾਰ ਨੇ ਇਹਦੇ ਵਿੱਚ BPL ਲੋਕਾਂ ਦੇ ਨਾਲ ਨਾਲ ਕਿਸਾਨਾਂ ਨੂੰ ਤੇ ਪੱਤਰਕਾਰਾਂ ਨੂੰ ਵੀ ਜੋੜ ਦਿੱਤਾ ਸੀ। ਕਿਸਾਨਾਂ ਨੇ ਆਪਣੇ ਜੇ ਫਾਰਮ ਦੇ ਨਾਲ ਜਾਂ ਫਰਦ ਲਾ ਕੇ ਤੇ ਉਹ ਵੀ ਆਪਣੇ ਬਣਾ ਸਕਦੇ ਸੀ ਇਹ ਕਾਰਡ, ਤੇ ਬਹੁਤ ਸਾਰੇ ਲੋਕਾਂ ਨੇ ਬਣਾਏ ਵੀ ਆ। ਇੱਕ ਅਨੁਮਾਨ ਦੇ ਮੁਤਾਬਕ ਹਿੰਦੁਸਤਾਨ ਦੇ ਵਿੱਚ 60 ਤੋਂ ਜ਼ਿਆਦਾ % ਲੋਕ ਇਸ ਯੋਜਨਾ ਦੇ ਨਾਲ ਜੁੜ ਚੁੱਕੇ ਆ ਤੇ ਬਹੁਤ ਸਾਰੇ ਲੋਕ ਇਸ ਚੀਜ਼ ਦਾ ਫਾਇਦਾ ਵੀ ਲੈ ਰਹੇ ਆ। ਸਵਲੀਨ ਜੀ, ਅਸੀਂ ਅਕਸਰ ਸਰਕਾਰ ਦੇ ਉੱਤੇ ਇਸ ਗੱਲ ਲਈ ਨਿਸ਼ਾਨਾ ਰੱਖਦੇ ਹਾਂ, ਖਾਸ ਤੌਰ ਤੇ ਅਸੀਂ ਮੀਡੀਆ ਦੇ ਲੋਕ, ਵੀ ਸਰਕਾਰ ਜਿਹੜੀ ਆ ਉਹ ਆਮ ਲੋਕਾਂ ਦੇ ਲਈ ਕੋਈ ਚੰਗੇ ਕੰਮ ਨਹੀਂ ਕਰਦੀ। ਪਰ ਜਦੋਂ ਮੈਂ ਇਸ ਯੋਜਨਾ ਦੀ ਗੱਲ ਕਰਾਂ ਤਾਂ ਇੱਕ ਸਿਹਤ ਦੇ ਨਜ਼ਰੀਏ ਤੋਂ ਲੈ ਕੇ ਬਹੁਤ ਹੀ ਚੰਗੀ ਯੋਜਨਾ ਹੈ ਜੀ। ਤੁਸੀਂ ਕਿਤੇ ਜਾਣਾ ਨਹੀਂ ਆ, ਸਿਰਫ ਔਰ ਸਿਰਫ ਤੁਸੀਂ ਇੱਕ ਕਾਰਡ ਬਣਵਾਉਣਾ ਹੈ। ਉਹਦੇ ਲਈ ਵੀ ਕੋਈ ਲੰਬਾ ਚੌੜਾ ਚੱਕਰ ਨਹੀਂ ਹੈਗਾ। ਆਧਾਰ ਕਾਰਡ ਤੁਹਾਡੇ ਕੋਲ ਹੋਵੇ, ਤੁਸੀਂ ਆਪਣਾ ਅੰਗੂਠਾ ਲਾਉਂਦੇ ਆ ਤੇ ਉੱਥੇ ਤੁਹਾਡਾ ਜਿਹੜਾ ਕਾਰਡ ਹੈ ਇਹ ਬਣ ਜਾਂਦਾ ਜੀ। ਇਹਦੇ ਸ਼ੁਰੂਆਤ ਦੇ ਵਿੱਚ ਵੀ ਥੋੜ੍ਹਾ ਜਿਹਾ ਰੌਲਾ ਹੈਗਾ ਆ ਕਿ ਕਾਰਡ ਸਰਕਾਰ ਵੱਲੋਂ ਫ੍ਰੀ ਬਣਾਏ ਜਾਂਦੇ ਆ ਜੀ। ਬਣਾਉਣ ਵਾਲੀਆਂ ਏਜੰਸੀਆਂ ਸ਼ੁਰੂ ਵਿੱਚ 15 ਜਾਂ 30 ਰੁਪਏ ਲੈਂਦੀਆਂ ਸੀ ਤੇ ਬਾਅਦ ਵਿੱਚ 70 ਰੁਪਏ ਲੈਣ ਦਾ ਵੀ ਰੌਲਾ ਆਇਆ। ਉਹ ਸਾਰਾ ਵੀ ਬੋਗਸ ਸੀ। ਉਹਦੇ 'ਚ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਬਿਲਕੁਲ ਫ੍ਰੀ ਆ। ਪਹਿਲਾਂ ਕੁਛ ਰੁਪਏ ਲੈ ਜਾਂਦੇ ਸੀ, ਬਾਅਦ ਵਿੱਚ ਉਹ ਮਾਫ ਕਰਦੇ ਸੀ। ਹੁਣ ਜਿਹੜੀ ਘਟਨਾ ਸਾਹਮਣੇ ਆਈ ਆ ਉਹ ਸਾਡੇ ਹਿੰਦੁਸਤਾਨ ਦਾ ਹੀ ਅਕਸਰ ਇੱਕ ਦੇਖਿਆ ਜਾਣ ਵਾਲਾ ਰੂਪ ਆ। ਹਰ ਗੱਲ ਦੇ ਵਿੱਚ, ਹਰ ਸਕੀਮ ਦੇ ਵਿੱਚ ਕਿਤੇ ਨਾ ਕਿਤੇ ਗੜਬੜ, ਘਪਲਾ, ਘੁਟਾਲਾ ਤੇ ਸਾਡੀਆਂ ਉਹ ਚੋਰ ਮੋਰੀਆਂ ਬਣਾਉਣ ਦੀ ਜਿਹੜੀ ਆਦਤ ਆ ਉਹ ਸ਼ਾਮਲ ਆ। ਜਿੰਨਾ ਵੱਡਾ ਲੰਬਾ ਚੌੜਾ ਅਸੀਂ ਸੰਵਿਧਾਨ ਲਿਖਿਆ ਹੋਇਆ, ਜਿੰਨੀਆਂ ਉਹਦੇ 'ਚ ਕਾਨੂੰਨੀ ਤੌਰ ਤੇ ਰੋਕਾਂ ਲਾਈਆਂ ਹੋਈਆਂ, ਉਨੇ ਹੀ ਅਸੀਂ ਹਰ ਗੱਲ ਦੇ ਵਿੱਚੋਂ ਜਿਹੜਾ ਆ ਉਹ ਬੇਈਮਾਨੀ ਕਰਨ ਦੀ ਜਿਹੜੀ ਤਰਕੀਬ ਆ ਉਹ ਲੱਭ ਲੈਂਦੇ ਹਾਂ ਜੀ। ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ ਦੇ ਕੋਈ 7 ਕੁ ਵੱਡੇ ਪ੍ਰਾਈਵੇਟ ਹਸਪਤਾਲ ਇਸ ਗੇੜ 'ਚ ਫਸੇ ਆ, ਜਿਨ੍ਹਾਂ ਨੇ ਕਿਹਾ ਗਿਆ ਕਿ ਲੋਕਾਂ ਦੇ ਸਮਾਰਟ ਕਾਰਡ ਲੈ ਲਏ ਉਹਨਾਂ ਤੋਂ, ਉਹਨਾਂ ਦੇ ਇਲਾਜ ਵੀ ਨਹੀਂ ਕੀਤੇ ਤੇ ਉਹਨਾਂ ਦਾ ਜਿਹੜਾ ਹੈਗਾ ਆ ਉਹ ਵੀ ਪੈਸੇ ਜਿਹੜੇ ਆ ਉਹ ਕਲੇਮ ਕਰ ਲੈ ਗਏ। ਤੇ ਇਹ ਜਿਹੜੀ ਗਿਣਤੀ ਮਿਣਤੀ ਆ ਉਹ 4-5 ਕਰੋੜ ਦੱਸੀ ਜਾਂਦੀ ਆ। ਪਰ ਹੁਣ ਗੱਲ ਇਹ ਆ ਕਿ ਹਾਲੇ ਤੇ ਇਹ 3 ਜ਼ਿਲ੍ਹੇ ਸਾਹਮਣੇ ਆਏ ਨੇ। ਕਪੂਰਥਲੇ ਦਾ 1 ਹਸਪੀਟਲ ਆ, ਹੁਸ਼ਿਆਰਪੁਰ ਦੇ 2 ਨੇ ਤੇ 4 ਹਸਪੀਟਲ ਸ਼ਾਇਦ ਜਲੰਧਰ ਦੇ ਨੇ। ਹਾਲੇ ਤਾਂ ਸਿਰਫ ਇਹ ਕੁਝ ਚੀਜ਼ਾਂ ਸਾਹਮਣੇ ਆਈਆਂ। ਜਦੋਂ ਇਹਦੀ ਵਿਸਤ੍ਰਿਤ ਰੂਪ 'ਚ ਜਾਂਚ ਹੋਵੇਗੀ ਤੇ ਬਹੁਤ ਕੁਝ ਹੋਰ ਵੀ ਨਿਕਲੇਗਾ ਜੀ। ਗੱਲ ਇਹ ਆ ਫਿਰ ਸਰਕਾਰ ਸਾਡੀ ਇਹ ਯੋਜਨਾਵਾਂ ਜਦੋਂ ਬਣਾਉਂਦੀ ਆ ਤੇ ਉਹਦੇ ਲਈ ਜਿੰਨਾ ਕੁਝ ਉਹ ਕਰ ਸਕਦੇ ਆ ਉਹ ਕਰਦੇ ਨੇ। ਪਰ ਬਾਅਦ ਵਿੱਚ ਫਿਰ ਲੋਕ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਬੜੀ ਹੈਰਾਨੀ ਹੁੰਦੀ ਆ। ਤੇ ਫਿਰ ਸਰਕਾਰ ਨੂੰ ਅਗਲੀ ਵਾਰ ਇਹਨਾਂ ਯੋਜਨਾਵਾਂ ਨੂੰ ਬਣਾਉਂਦੇ ਸਮੇਂ ਫਿਰ ਹੋਰ ਧਿਆਨ ਰੱਖਣਾ ਪੈਂਦਾ। ਜਿੱਦਾਂ ਅਸੀਂ ਕਈ ਵਾਰ ਦੇਖਦੇ ਹਾਂ ਕਿ ਭਰਤੀ ਲਈ ਇੱਕ ਨੋਟੀਫਿਕੇਸ਼ਨ ਨਿਕਲਦਾ, ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਆ। ਬਾਅਦ ਵਿੱਚ ਜਦ ਤੱਕ ਅਪੁਆਇੰਟਮੈਂਟ ਮਿਲਣੀ ਹੁੰਦੀ ਆ ਤਦ ਤੱਕ ਕੋਈ ਇੱਕ ਅੱਧਾ ਬੰਦਾ ਵਿੱਚ ਰਿਟ ਪਾ ਦਿੰਦਾ ਕਿ ਇਹਦੇ 'ਚ ਤਾਂ ਗੁਨਾਮੀ ਹੋਈ ਸੀ ਕੁਝ, ਤੇ ਉਹ ਜਿਹੜੀ ਮਸਲਾ ਆ ਹਾਈ ਕੋਰਟ ਚਲ ਜਾਂਦਾ ਤੇ ਜਿਹਨਾਂ ਨੂੰ ਨੌਕਰੀ ਮਿਲਣੀ ਹੁੰਦੀ ਆ ਉਹ ਲਟਕ ਜਾਂਦੇ ਆ। ਹੁਣ ਇੱਥੇ ਇੱਦਾਂ ਹੀ ਸਾਹਮਣੇ ਆਇਆ ਕਿ ਕੋਈ ਔਰਤ ਇਲਾਜ ਕਰਾਉਣ ਗਈ, ਉਹਦਾ ਆਪਰੇਸ਼ਨ ਵੀ ਨਹੀਂ ਕੀਤਾ ਗਿਆ ਤੇ ਬਿੱਲ ਕਲੇਮ ਕਰ ਦਿੱਤਾ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਤੇਰਾ ਕਾਰਡ ਆ ਇਹਦੇ ਤੇ ਇਸ ਬਿਮਾਰੀ ਦਾ ਇਲਾਜ ਨਹੀਂ ਹੋਣਾ, ਤੂੰ 2-3-4 ਲੋਕਾਂ ਦੇ ਹੋਰ ਕਾਰਡ ਲੈ ਕੇ ਆ ਜੀ। ਉਹ 4 ਲੋਕਾਂ ਦੇ ਕਾਰਡ ਲੈ ਆਏ ਤੇ ਉਹਨੂੰ ਇਹ ਵੀ ਕਿਹਾ ਗਿਆ ਕਿ ਉਹਨਾਂ ਲੋਕਾਂ ਨੂੰ ਵੀ ਲੈ ਕੇ ਆਓ। ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਵੀਡੀਓ ਬਣਾ ਲਈ ਗਈ ਕਿ ਇਹ ਵੀ ਸਾਡੇ ਪੇਸ਼ੈਂਟ ਨੇ ਤੇ ਇੱਥੇ ਇਹਨਾਂ ਦਾ ਇਲਾਜ ਹੋਇਆ ਤੇ ਬਾਅਦ ਵਿੱਚ ਪੈਸੇ ਕਲੇਮ ਕਰ ਲਏ ਗਏ।
ਹੈਰਾਨੀ ਦੀ ਗੱਲ ਇਸ ਤੋਂ ਵੀ ਅੱਗੇ ਆ ਕਿ ਪ੍ਰਾਈਵੇਟ ਹਸਪਤਾਲ ਨਹੀਂ, 35 ਸਰਕਾਰੀ ਹਸਪਤਾਲਾਂ ਦੇ 1000 ਤੋਂ ਜ਼ਿਆਦਾ ਬਿੱਲ ਜਿਹੜੇ ਆ ਉਹ ਇੰਸ਼ੋਰੈਂਸ ਕੰਪਨੀ ਨੇ ਦੇਣ ਤੋਂ ਨਾ ਕਰ ਲਈ ਜੀ। ਜਦੋਂ ਤਾਂ ਪ੍ਰਾਈਵੇਟ ਬੰਦੇ ਦਾ ਇਲਾਜ ਹੁੰਦਾ, ਕਿਸੇ ਦਾ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਹੁੰਦਾ, ਉਦੋਂ ਤਾਂ ਪੈਸੇ ਉਸ ਬੰਦੇ ਦੇ ਖਾਤੇ 'ਚ ਆਉਂਦੇ ਆ ਜਾਂ ਫਿਰ ਉਸ ਹਸਪੀਟਲ ਦੇ ਖਾਤੇ 'ਚ ਆਉਂਦੇ ਆ। ਪਰ ਜਦੋਂ ਸਰਕਾਰੀ ਹਸਪੀਟਲ 'ਚ ਇਲਾਜ ਹੁੰਦਾ ਉਦੋਂ ਤਾਂ ਪੈਸੇ ਸਿੱਧੇ ਸਰਕਾਰ ਦੇ ਹੈਲਥ ਮਿਨਿਸਟਰੀ ਦੇ ਅਕਾਊਂਟ 'ਚ ਜਾਣੇ ਆ ਜੀ। ਉੱਥੇ ਵੀ ਫਰਾਡ ਸਾਹਮਣੇ ਆਇਆ ਤੇ ਬੜੀ ਸ਼ਰਮਨਾਕ ਗੱਲ ਆ ਕਿ ਜਦੋਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਰਕਾਰ ਕੁਝ ਕਰਦੀ ਨਹੀਂ ਆ, ਤੇ ਜਦੋਂ ਸਰਕਾਰ ਕੁਝ ਕਰਦੀ ਆ ਫਿਰ ਅਸੀਂ ਜੋ ਉਹਦੇ ਲਈ ਕਰਦੇ ਆ ਤੇ ਉਹ ਤੁਹਾਡੇ ਸਾਹਮਣੇ ਜੀ। ਬਿਲਗਾ ਸਾਹਿਬ, ਹਸਪਤਾਲਾਂ ਵੱਲੋਂ ਆਪਣਾ ਢਿੱਡ ਭਰਨ ਲਈ ਜਿਹੜਾ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਵਲੀਨ ਜੀ, ਗੱਲ ਇਸ ਤਰ੍ਹਾਂ ਆ ਵੀ ਆਪਾਂ ਪਹਿਲਾਂ ਵੀ ਗੱਲ ਕਰ ਵੀ ਸਰਕਾਰਾਂ ਦੀਆਂ ਨੁਕਤਾਚੀਨੀਆਂ ਕਰਨੀਆਂ ਤਾਂ ਬਹੁਤ ਬਣਦੀਆਂ, ਖਾਸ ਕਰਕੇ ਮੀਡੀਆ ਵੱਲੋਂ। ਪਰ ਕਿਤੇ ਨਾ ਕਿਤੇ ਜਦੋਂ ਸਰਕਾਰ ਦੀ ਕੋਈ ਲੋਕ ਪੱਖਾਂ ਵਿੱਚ ਜਾਂ ਲੋਕ ਹਿੱਤ ਦੇ ਵਿੱਚ ਕੋਈ ਨੀਤੀ ਆਉਂਦੀ ਆ ਤੇ ਉਹਦੇ ਲਈ ਸਾਡੇ ਜਿਹੜੇ ਇਹ ਗਰੋਹ ਆ, ਆਪਾਂ ਗਰੋਹ ਹੀ ਕਹਿ ਸਕਦੇ, ਕਿਉਂਕਿ ਇਹ ਇਕੱਲੇ ਬੰਦੇ ਦਾ ਕਿਸੇ ਦਾ ਕੰਮ ਨਹੀਂ, ਨਾ ਇਕੱਲੀ ਕੰਪਨੀ ਕਰ ਸਕਦੀ, ਨਾ ਇਕੱਲਾ ਏਜੰਟ ਕਰ ਸਕਦਾ, ਨਾ ਇਕੱਲੇ ਡਾਕਟਰ ਕਰ ਸਕਦੇ ਆ। ਇਹ ਇੱਕ ਗਰੋਹ ਬਣਦਾ ਆ ਜਿਹਦੇ ਵਿੱਚ ਆਪਾਂ ਪਿੱਛੇ ਵੀ ਦੇਖ ਰਹੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਵਾਲਾ ਜਿਹੜਾ ਕਾਂਡ ਬੜਾ ਵੱਡਾ ਹੋਇਆ, ਮਨਰੇਗਾ ਦੇ ਵਿੱਚ ਕਿੰਨੀਆਂ ਬੇਨਿਯਮੀਆਂ ਪਾਈ ਜਾਂਦੀਆਂ, ਖਾਸ ਕਰਕੇ ਮਿਡ ਡੇ ਮੀਲ ਦੇ ਵਿੱਚ ਕਿੱਡੇ ਕਿੱਡੇ ਵੱਡੇ ਘਪਲੇ ਘਟਾਲੇ ਪਾਏ ਜਾਂਦੇ ਆ। ਇਹ ਕੁਛ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੇ ਪਿਛਲੇ ਸਮੇਂ ਤੋਂ ਦੇਖੀਆਂ, ਜਿਹੜੀਆਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਆ ਉਹਨਾਂ ਵਿੱਚ ਪੰਜਾਬ ਸਰਕਾਰ ਦੇ ਸਕੀਮਾਂ ਦੇ ਮੁਕਾਬਲੇ ਜ਼ਿਆਦੀਆਂ ਬੇਨਿਯਮੀਆਂ ਹੁੰਦੀਆਂ ਆ ਤੇ ਜ਼ਿਆਦਾ ਘਪਲੇ ਹੁੰਦੇ ਆ। ਤੇ ਚਾਹੇ ਕਿ ਸਮਾਂ ਪਾਉਣ ਤੇ ਫੜੇ ਵੀ ਜਾਂਦੇ ਆ, ਪਰ ਕਿਤੇ ਨਾ ਕਿਤੇ ਗਰੀਬ ਦਾ ਹੱਕ ਮਾਰਨ ਲਈ ਜਿਹੜੇ ਲਾਲਚੀ ਲੋਕ ਆ ਉਹ ਬਹੁਤ ਵੱਡਾ ਨੁਕਸਾਨ ਕਰਦੇ ਆ, ਕਿਉਂਕਿ ਗਰੀਬ ਬੰਦਾ ਤਾਂ ਪਹਿਲਾਂ ਨਹੀਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾ ਸਕਦਾ, ਸਰਕਾਰੀ ਹਸਪਤਾਲਾਂ ਦੇ ਵਿੱਚ ਉਨੀਆਂ ਸਹੂਲਤਾਂ ਹੈ ਨਹੀਂ ਗੀਆਂ। ਇਸ ਜਿਹੜਾ ਕਾਰਡ ਸੀਗਾ, ਇਹ ਕਾਰਡ ਦੇ ਨਾਲ ਇੱਕ ਗਰੀਬ ਨੂੰ ਬਹੁਤ ਵੱਡੀ ਸਹੂਲਤ ਮਿਲੀ ਸੀ। ਪਰ ਕਿਤੇ ਨਾ ਕਿਤੇ ਦੇਖਦੇ ਹਾਂ ਵੀ ਇਹ ਜਿਹੜੇ ਲੋਕ ਆ, ਇਹ ਗਰੋਹ ਆ, ਇਹ ਇਕੱਠੇ ਹੁੰਦੇ ਆ, ਹਰ ਸਕੀਮ ਦੇ ਵਿੱਚ ਕੋਈ ਨਾ ਕੋਈ ਚੋਰ ਮਘੋਰੀ ਲੱਭਦੇ ਆ, ਕੁੰਡੀ ਲੱਭਦੇ ਆ, ਤੇ ਉਹ ਕੁੰਡੀ ਲੱਭ ਕੇ ਇਹ ਜਿਸ ਤਰ੍ਹਾਂ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ, ਗਰੀਬਾਂ ਦੇ ਨਾਲ ਇਹ ਬਹੁਤ ਵੱਡਾ ਧੱਕਾ ਆ। ਹੁਣ ਸਰਕਾਰ ਕੀ ਕਰੂਗੀ? ਹੋਰ ਜ਼ਿਆਦੀਆਂ ਸਖਤ ਇਹਦੀਆਂ ਗਾਈਡਲਾਈਨ ਕਰੂਗੀ। ਉਹ ਜਦੋਂ ਸਖਤ ਗਾਈਡਲਾਈਨ ਕਰੂਗੀ ਤਾਂ ਲੋਕਾਂ ਕੋਲ ਉਹਦੀਆਂ ਜਿਹੜੀਆਂ ਆ ਫਾਰਮੈਲਿਟੀਆਂ ਪੂਰੀਆਂ ਨਹੀਂ ਹੋਣੀਆਂ, ਫਿਰ ਵੀ ਅਲਟੀਮੇਟ ਉਹ ਗਰੀਬਾਂ ਨੂੰ ਨੁਕਸਾਨ, ਉਹੀ ਦੁਖੀ ਨੂੰ ਨੁਕਸਾਨ। ਇਹ ਜਿਹੜੀਆਂ ਘਟਨਾਵਾਂ ਵਾਪਰਦੀਆਂ ਇਹ ਸਾਡੇ ਸਮਾਜ ਲਈ ਇੱਕ ਬਹੁਤ ਵੱਡਾ ਧੱਬਾ ਆ ਤੇ ਸਰਕਾਰਾਂ ਇਹ ਇਸੇ ਕਰਕੇ ਜਦੋਂ ਕਾਨੂੰਨ ਸਖਤ ਕਰਦੀਆਂ ਆ ਤੇ ਫਿਰ ਵੀ ਇਹ ਲੋਕ ਕਿਤੇ ਨਾ ਕਿਤੇ ਇਹ ਚੋਰ ਮਘੋਰੀਆਂ ਦੇ ਵਿੱਚ ਆਪਣੇ ਢਿੱਡ ਭਰਨ ਦਾ ਰਾਹ ਪੱਧਰਾ ਕਰ ਲੈਂਦੇ ਆ। ਉਹ ਸਾਡੇ ਭਾਰਤ ਦੇ ਤੇ ਸਾਡੇ ਸਮਾਜ ਲਈ ਇਹ ਬਹੁਤ ਵੱਡਾ ਇੱਕ ਕਲੰਕ ਆ ਜੀ। ਤੇ ਇਹਦੇ ਲਈ ਇੱਕ ਹੋਰ ਕੰਮ ਆ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ, ਨਿਆਂ ਪ੍ਰਣਾਲੀ ਨੂੰ ਬਹੁਤ ਦਰੁਸਤ ਕਰਨ ਦੀ ਲੋੜ ਆ। ਜਿਹੜੇ ਹੁਣ ਲੋਕ ਫੜੇ ਗਏ ਨੇ ਇਹਨਾਂ ਨੂੰ ਜਿੰਨੀ ਛੇਤੀ ਹੋ ਸਕੇ ਇਹਨਾਂ ਦੇ ਹਸਪੀਟਲਸ ਦੇ ਲਾਇਸੈਂਸ ਵੀ ਕੈਂਸਲ ਹੋਣੇ ਚਾਹੀਦੇ ਤੇ ਇਹਨਾਂ ਨੂੰ ਵੱਡੀਆਂ ਤੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ, ਕਿਉਂਕਿ ਸਜ਼ਾ ਹੀ ਮਿਸਾਲ ਬਣਦੀ ਆ। ਜਿਹੜਾ ਇਸ ਤੋਂ ਬਾਅਦ ਅਗਲਾ ਬੰਦਾ ਕੋਈ ਗੁਨਾਹ ਕਰਨ ਤੋਂ ਪਹਿਲਾਂ ਸੋਚੇ ਕਿ ਜੇ ਮੈਂ ਰੁਪਈਏ ਹੀ ਕਮਾਉਣੇ ਆ ਤਾਂ ਮੈਨੂੰ ਉਹਦੇ ਲਈ ਕੋਈ ਹੋਰ ਤਰੀਕੇ ਵਰਤਣੇ ਪੈਣਗੇ। ਸਰਕਾਰੀ ਰੁਪਈਆਂ ਨੂੰ ਜਾਂ ਆਮ ਲੋਕਾਂ ਦੀ ਜਿਹੜੀ ਹੱਕ ਆ ਉਹਦੇ ਤੇ ਹੱਕਮਾਰੀ ਨਾ ਕੀਤੀ ਜਾਵੇ ਜੀ। ਸ਼ਰਮਾ ਜੀ, ਅਸੀਂ ਸੁਣਿਆ ਵੀ ਪੰਜਾਬ ਦੇ ਜਿਹੜੇ MLA ਆ ਉਹਨਾਂ ਨੂੰ ਹੁਣ ਲਾਲ ਬੱਤੀ ਬਹੁਤੀ ਚੰਗੀ ਨਹੀਂ ਲੱਗਦੀ ਤੇ ਉਹ ਕਿਸੇ ਝੰਡੇ ਦੀ ਮੰਗ ਕਰ ਰਹੇ ਨੇ। ਬਿਲਕੁਲ ਜੀ, ਵਿਧਾਨ ਸਭਾ ਸੈਸ਼ਨ ਦੇ ਵਿੱਚ ਹੀ ਇਸ ਮੰਗ ਦਾ ਖੁਲਾਸਾ ਹੋਇਆ ਕਿ MLA ਚਾਹੁੰਦੇ ਆ ਕਿ ਲਾਲ ਬੱਤੀ ਜਿਹੜੀ ਆ ਸਾਡੇ ਤੋਂ ਖੋਹ ਲਈ ਗਈ ਸੀ। ਉਹਦੀ ਅਸੀਂ ਗੱਲ ਕਰਦੇ ਹਾਂ ਜਦੋਂ ਕਿ ਪਿਛਲੀ ਵਾਰ ਜਦੋਂ ਸਰਕਾਰ ਬਣੀ ਸੀ ਤੇ ਕੈਪਟਨ ਸਾਹਿਬ ਨੇ ਇਹ ਐਲਾਨ ਕੀਤਾ ਸੀਗਾ ਕਿ ਜਿਹੜੇ ਸਾਡੇ ਮੇਰੇ ਵਿਧਾਇਕ ਨੇ ਜਾਂ ਸਾਡੇ ਕੈਬਨਿਟ ਮਿਨਿਸਟਰ ਨੇ ਉਹ ਲਾਲ ਬੱਤੀ ਨਹੀਂ ਲਾਉਣਗੇ ਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ। ਪੰਜਾਬ ਦੇ ਬਹੁਤ ਵੱਡੇ ਵੱਡੇ ਜਿਹੜੇ ਲੀਡਰ ਸੀ, MLA ਵੀ ਸੀਗੇ, ਮਿਨਿਸਟਰ ਵੀ ਸੀ, ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਸੀ ਵੀ ਫਿਰ ਜੇ ਅਸੀਂ ਲਾਲ ਬੱਤੀ ਹੀ ਨਹੀਂ ਲਾਉਣੀ ਤਾਂ ਫਿਰ ਅਸੀਂ ਪਤਾ ਕਿੱਦਾਂ ਲੱਗੂਗਾ ਕਿ ਅਸੀਂ MLA ਹਾਂ। ਬੇਸਿਕਲੀ ਇਹੀ ਇੱਕ ਗੱਲ ਆ ਜਿਹੜੀ ਉਹਨਾਂ ਨੂੰ ਚੈਨ ਨਹੀਂ ਲੈਣ ਦਿੰਦੀ ਕਿ ਪਤਾ ਕਿੱਦਾਂ ਲੱਗੂਗਾ ਅਸੀਂ MLA। ਅਸੀਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ, ਅਸੀਂ ਆਪਣੇ ਰੁਤਬੇ ਨੂੰ ਦਿਖਾਉਣਾ ਆ, ਅਸੀਂ ਆਪਣੇ ਅਹੁਦੇ ਬਾਰੇ ਲੋਕਾਂ ਨੂੰ ਜਾਣੂ ਕਰਾਉਣਾ ਕਿ ਮੈਂ ਕੌਣ ਆ। ਵੱਡੇ ਬਣਨ ਦੀ ਜਿਹੜੀ ਇੱਛਾ ਆ, ਜਿਹੜੀ ਤਾਕਤਵਰ ਹੋਣ ਦੀ ਜਿਹੜੀ ਪ੍ਰਵਿਰਤੀ ਆ, ਉਹੀ ਬਹੁਤ ਸਾਰੇ ਵੱਡੇ ਲੋਕਾਂ ਨੂੰ ਰਾਜਨੀਤੀ 'ਚ ਲੈ ਕੇ ਆਉਂਦੀ ਹੈ। ਕਹਿੰਦੇ ਜ਼ਰੂਰ ਆ ਕਿ ਅਸੀਂ ਰਾਜ ਨਹੀਂ ਕਰਦੇ, ਸੇਵਾ ਕਰਦੇ ਹਾਂ, ਅਸੀਂ ਸਮਾਜ ਸੇਵਾ ਲਈ ਆਏ ਹਾਂ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿੰਨੀ ਕੁ ਸੇਵਾ ਦੇ ਨਜ਼ਰੀਏ ਨਾਲ ਆਉਂਦੇ ਆ ਜੀ। ਤੇ ਹੁਣ ਇੱਕ MLA ਨੇ ਮੁੱਦਾ ਇਹ ਉਠਾਇਆ ਕਿ ਸਾਨੂੰ ਵੀ ਲਾਲ ਬੱਤੀ ਜੇ ਅਸੀਂ ਛੱਡ ਦਿੱਤੀ ਆ ਤੇ ਸਾਡੀਆਂ ਗੱਡੀਆਂ 'ਤੇ ਕੁਝ ਸਪੈਸ਼ਲ ਤਰੀਕੇ ਦੇ ਝੰਡੇ ਲਾਏ ਜਾਣ ਜਿਹਦੇ ਨਾਲ ਪਤਾ ਲੱਗ ਜਾਏ ਕਿ MLA ਸਾਹਿਬ ਦੀ ਕਾਰ ਆ ਜੀ। ਤੇ ਇਹ ਜਿਹੜੀ ਰੁਝਾਨ ਆ ਇਹ ਠੀਕ ਨਹੀਂ ਹੈਗਾ। ਪਰ ਉਹਨਾਂ ਨੇ ਉਦਾਹਰਣ ਦਿੱਤੀ ਆ ਕਿ ਯੂਪੀ ਤੇ ਹਰਿਆਣੇ ਦੇ ਵਿੱਚ ਜਿਹੜੇ MLAs ਨੇ ਜਾਂ MPs ਨੇ ਜਾਂ ਜਿਹੜੇ ਸੰਸਦੀ ਸਕੱਤਰ ਨੇ ਉਹਨਾਂ ਨੂੰ ਵੱਖਰੇ ਵੱਖਰੇ ਜਿਹੜੇ ਰੁਤਬੇ ਦੇ ਅਨੁਸਾਰ ਝੰਡੇ ਜਾਰੀ ਕੀਤੇ ਗਏ ਆ ਪਾਰਟੀ ਵੱਲੋਂ ਤੇ ਸਰਕਾਰ ਵੱਲੋਂ, ਤੇ ਉਹ ਨਿਯਮਤ ਨੇ ਤੇ ਉਹੀ ਉਹ ਲਾ ਸਕਦੇ ਨੇ ਜੀ। ਗੱਲ ਉਹਦੇ ਪਿੱਛੇ ਸਿਰਫ ਵੱਖਰੇ ਦਿਸਣ ਦੀ ਚਾਹ ਆ ਤੇ ਆਪਣੇ ਅਹੁਦੇ ਨੂੰ ਦਿਖਾਉਣ ਦੀ ਗੱਲ ਆ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹੋ ਜਿਹਾ ਕੋਈ ਰਿਵਾਜ ਨਹੀਂ ਹੈਗਾ। ਗੱਲ ਤੇ ਇਹ ਆ ਕਿ ਜਿੱਦਾਂ ਦਾ ਕੋਈ ਹੋਰ ਬੰਦਾ ਜੌਬ ਕਰਦਾ ਆ, ਵਰਕ ਇਜ਼ ਵਰਸ਼ਿਪ ਦੇ ਜਦੋਂ ਅਸੀਂ ਪੜ੍ਹਦੇ ਹਾਂ ਗੱਲ ਨੂੰ ਕਿ ਜਿਹੜਾ ਵੀ ਬੰਦਾ
ਆਪਣੇ ਵੱਲੋਂ ਮਿਲੀ ਹੋਈ ਡਿਊਟੀ ਆ, ਚਾਹੇ ਉਹ ਪ੍ਰਮਾਤਮਾ ਵੱਲੋਂ ਕਹਿ ਲਈਏ, ਚਾਹੇ ਉਹਨੂੰ ਰੁਜ਼ਗਾਰ ਦਾ ਕੋਈ ਸਾਧਨ ਆ, ਜੋ ਵੀ ਉਹਨੂੰ ਮਿਲਿਆ ਹੋਇਆ ਉਹਦੇ ਵਿੱਚ ਜੇ ਉਹ ਕੰਮ ਕਰੀ ਜਾਵੇ ਤੇ ਉਹਦੇ ਵਿੱਚ ਉਹਨੂੰ ਝੰਡਾ ਜਾਂ ਝੰਡੀ ਦੀ ਜੇ ਲੋੜ ਨਹੀਂ ਹੈਗੀ। ਗੱਲ ਤੇ ਸਿਰਫ ਆਪਣੇ ਕੰਮ ਕਰਨ ਦੀ ਆ। ਜੀ ਬਿਲਗਾ ਸਾਹਿਬ, ਸਿਆਸੀ ਆਗੂਆਂ ਵੱਲੋਂ ਝੰਡੇ ਦੀ ਮੰਗ ਕਿੰਨੀ ਕੁ ਜਾਇਜ਼ ਹੈ? ਸਵਲੀਨ ਜੀ, ਗੱਲ ਇਸ ਤਰ੍ਹਾਂ ਆ ਵੀ ਇਹ ਜਦੋਂ ਸ਼ੁਰੂਆਤ ਹੋਈ ਇਸ ਝੰਡਾ ਲਾਲ ਬੱਤੀ ਖੋਹਣ ਦੀ, ਦਿੱਲੀ ਦੇ ਵਿੱਚ ਇੱਕ ਨਵੀਂ ਰਾਜਨੀਤੀ ਦਾ ਜਦੋਂ ਆਗਾਜ਼ ਹੁੰਦਾ ਹੈ, ਅਰਵਿੰਦ ਕੇਜਰੀਵਾਲ ਜਦੋਂ ਵੱਖਰੀ ਪਾਰਟੀ ਬਣਾ ਕੇ ਲੋਕਾਂ ਦੇ ਵਿੱਚ ਜਾਂਦੇ ਆ ਤੇ ਉਹ ਜਿੰਨੀਆਂ ਇਹ ਰੁਤਬੇ ਸੀ ਆਮ ਲੋਕਾਂ ਦੀ ਗੱਲ ਕਰਦੇ ਸੀਗੇ ਤੇ ਉਹਨੇ ਇਹ ਐਲਾਨ ਕੀਤਾ ਸੀ ਵੀ ਸਾਡੇ ਜਿਹੜੇ ਮੰਤਰੀ ਹੋਣਗੇ, ਸਾਡੇ ਐਮਐਲਏ ਵਿਧਾਇਕ ਹੋਣਗੇ ਤੇ ਅਸੀਂ ਕੋਈ ਵੀ ਲੋਕਾਂ ਨਾਲੋਂ ਵੱਖਰੇ ਦਿਸਣ ਵਾਲੀ ਗੱਲ ਨਹੀਂ ਕਰਾਂਗੇ, ਕਿਉਂਕਿ ਅਸੀਂ ਆਮ ਜਨਤਾ ਦੇ ਵਿੱਚੋਂ ਆਏ ਆ। ਤੇ ਉਹਦੀ ਤਰਜ਼ ਤੇ ਹੀ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਐਲਾਨ ਕਰ ਦਿੱਤਾ ਕਿ ਸਾਡੇ ਵਿਧਾਇਕ ਜਿਹੜੇ ਆ ਉਹ ਲਾਲ ਬੱਤੀਆਂ ਦੀ ਵਰਤੋਂ ਨਹੀਂ ਕਰਨਗੇ, ਜਾਂ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਹ ਵੀ ਕਿਹਾ ਸੀਗਾ ਕਿ ਇੱਕ ਪਰਿਵਾਰ ਦਾ ਇੱਕ ਮੈਂਬਰ ਵੀ ਸਾਡੀ ਟਿਕਟ ਦਾ ਜਿਹੜਾ ਆ ਪਾਰਟੀ ਤੋਂ ਹੱਕਦਾਰ ਹੋਊਗਾ। ਇਹ ਪੰਜਾਬ ਵਿੱਚ ਵੀ ਕੁਝ ਗੱਲਾਂ ਹੋਈਆਂ, ਪਰ ਕਿਤੇ ਨਾ ਕਿਤੇ ਇਹ ਗੱਲ ਪੰਜਾਬ ਦੇ ਵਿੱਚ ਹੋਈ ਤਾਂ ਜ਼ਰੂਰ। ਹੁਣ ਆਪਾਂ ਦੇਖਦੇ 4 ਸਾਲ ਦੇ ਵਿੱਚ ਜਿਹੜੀ ਉਹ ਰੁਤਬੇ ਦੀ ਹਉਮੈ, ਜਿਹੜਾ ਆਪਣਾ ਵੱਖਰਾਪਨ ਦਿਖਾਉਣ ਦੀ ਗੱਲਬਾਤ ਜਿਹੜੀ ਅੰਦਰੋਂ ਅੰਦਰ ਧੁਖਦੀ ਸੀਗੀ, ਉਹ ਕੱਲ ਕਹਿ ਸਕਦੇ ਆ ਕਿ ਬਾਹਰ ਆ ਗਈ ਆ। ਮਕਸਦ ਤਾਂ ਇੱਕੋ ਹੀ ਆ ਦੱਸਣ ਦਾ, ਲਾਲ ਬੱਤੀ ਨੇ ਵੀ ਉਹੀ ਗੱਲ ਦੱਸਣੀ ਆ ਵੀ ਅਸੀਂ ਆਮ ਲੋਕਾਂ ਨਾਲੋਂ ਬਹੁਤ ਉੱਪਰ ਦਰਜੇ ਦੇ ਲੋਕ ਆ, ਸਾਨੂੰ ਤੁਸੀਂ ਚੁਣ ਕੇ ਇੱਥੇ ਤਾਂ ਪਹੁੰਚਾਤਾ ਵੀ ਹੁਣ ਤੁਹਾਡੇ ਨਾਲੋਂ ਵੱਖਰੇ ਦਿਖਣਾ ਜ਼ਰੂਰੀ ਆ। ਇਹ ਚੀਜ਼ਾਂ ਜਿਹੜੀਆਂ ਆ ਖਾਸ ਕਰਕੇ ਆਪਾਂ ਦੇਖਦੇ ਆ ਕੈਨੇਡਾ, ਅਮਰੀਕਾ, ਇੰਗਲੈਂਡ ਦੇ ਵਿੱਚ ਉੱਥੇ ਪ੍ਰਧਾਨ ਮੰਤਰੀ ਤੱਕ ਆਪਣੀ ਸ਼ਾਪਿੰਗ ਕਰਦੇ ਫਿਰਦੇ ਆ, ਸਾਈਕਲਾਂ ਤੇ ਘੁੰਮਦੇ ਆ, ਕੋਈ ਉੱਥੇ ਗਨਮੈਨ ਨਹੀਂ, ਕੋਈ ਕੁਛ ਨਹੀਂਗਾ। ਖਾਸ ਕਰਕੇ ਆਪਾਂ ਜਸਟਿਨ ਟਰੂਡੋ ਦੀ ਦੇਖਦੇ ਆ ਤੇ ਆਮ ਲੋਕਾਂ ਨਾਲ ਮਾਰਕੀਟ ਦੇ ਵਿੱਚ ਉਹ ਹੱਥ ਮਿਲਾਉਂਦਾ ਕਰਦਾ, ਉੱਥੇ ਉਹਨਾਂ ਨੂੰ ਕੋਈ ਖਤਰਾ ਨਹੀਂ। ਇੱਥੇ ਪਤਾ ਨਹੀਂ ਇਹਨਾਂ ਨੂੰ ਕਿਹੜਾ ਖਤਰਾ ਜਾਂ ਕਿਹੜਾ ਇਹਨਾਂ ਨੇ ਸਾਨੂੰ ਦਿਖਾ ਲੈਣਾ ਆ ਵੀ ਅਸੀਂ ਰਾਜਨੀਤਿਕ ਲੋਕ ਬਹੁਤ ਵੱਡੇ ਹੁੰਦੇ ਆ। ਇਹ ਜਿਹੜੀ ਇਹਨਾਂ ਦੀ ਚਾਹਤ ਆ, ਜਿਹੜੀ ਚਾਹਨਾ ਆ, ਇਹ ਸਾਡੇ ਆਮ ਲੋਕਤੰਤਰ ਲਈ ਤੇ ਲੋਕਾਂ ਲਈ ਜਿਹੜੀ ਇਹ ਮਾੜੀ ਆ। ਸਾਡੇ ਮਾਹਿਰ ਮਹਿਮਾਨ ਸਰਦਾਰ ਗੁਰਨਾਮ ਸਿੰਘ ਬਿਲਗਾ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ ਨੇ ਅੱਜ ਬੜੇ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸਰ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ, ਬਹੁਤ ਸਵਲੀਨ ਜੀ ਤੁਹਾਡਾ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।